सोहंग महाराज शेर सिंह विष्णु भगवान दी जय। 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 परमार्थ दे मार्ग नूं समझना किसे जीव दे वस दी गल नहीं है। परमार्थ दा मार्ग एक सत ते सच दी बुनियाद दे उपर है। परमात्मा ने अपना वो मार्ग अपने भगतां नूं सत सच दी तार दे विच दे दिता। इस तो पहला कदी भी भगवान ने अपना प्रगटावा इस रूप विच कीता ही नहीं सी। पहली बार भगवान ने मात लोक दे विच अपने सत स्वरूप की धारना करके निर्गुण सरगुण तार नूं मुखातब करके अपनी अगमता दी खेल नूं अगम्य रूप दे विच खेल के तुहाडे लई एक अजिही मर्यादा कायम कर दिती। सर्वहर संगत जी कि इस तो पहला कदी किसी ने अपनियां अखां नाल भगवान देखिया सी? अज तक सानू कोई भी अजिही गाथा नहीं मिल सकी कि भगवान आया होवे ते भगतां दे सन्मुख होवे। ये मात लोक विच पहली बार मौका होया भगवान ने अपने भगतां नूं आप दर्शन दीदार दिता। सर्वहर संगत जी जिवें जिवें लेख तिवें तिवें मुकदा जिस किसी का लैना देना हुंदा उस नूं अपने चरनां दे विच नमस्कार करन दा मौका दे दिंदे। जिस भगत आत्मा का लैना नहीं देना हुंदा उस दे वल कदी परमेश्वर ने अपनी मेहर की नज़र कीती ही नहीं सी। ये एक सत्य ते सच है। ये एक अजिहा सच है जिस नूं अज असीं मनण तो भी इनकार करते हैं। भगवान की मर्यादा दे विच कदी कोई किंतु ते परंतु नहीं हो सकता। हजूर शहनशाही ने साखात अपना दर्शन दीदार दिता क्योंकि इस तो वड्डी होर कोई गल हो नहीं सी सकती कि परमात्मा ने सोहंग शब्द का जाप जपा के अपनी वो वस्त अमोलक तुहाडी झोली दे विच रख दिती। तुहानू संदेश देता, फरमान देता। हर बाणी का एक एक अल्फाज गुरसिख नूं एक छिन पर दी सोच ली भी अगे वधन नहीं दिंदा। जो गुरमुख है जो भगत है जिस ते जीवन दी तारा जिस ते जीवन दे विचार जिस दी अपनी अंतर आत्मा दी सोच ते सिर्फ परमात्मा दा हक हुंदा है। वो उदों हक हुंदा है जदों जीव अपनी अंतर आत्मा नूं अपनी होंद नूं अपने प्रभु दे उपरों निशावर कर देवे। हे पुरखे अकाल मेरा ते एक सवास भी है नहीं जो मैं तेरे तो कुर्बान कर सका क्योंकि मेरा स्वास ते तेरे चरना दा ऋणी है। जीव दे कोल कुछ नहीं
ਕਿ ਆਪਣੇ ਪਰਮਾਤਮਾ ਦੇ ਉੱਪਰੋਂ ਕੁਰਬਾਨ ਹੋ ਜਾਵੇ, ਆਪਣੇ ਪਰਮਾਤਮਾ ਆਪਾ ਵਾਰ ਸਕੇ। ਇਹ ਜੀਵ ਦੇ ਵਿੱਚ ਇਹ ਪ੍ਰਕਿਰਿਆ ਅਜੇ ਆ ਨਹੀਂ ਸਕਦੀ। ਅਜਿਹੀ ਕਠਨ ਪ੍ਰਕਿਰਿਆ ਹੈ, ਬਿਨਾਂ ਕਿਰਪਾ ਤੋਂ ਉਸ ਦੇ ਚਰਨਾਂ ਦੇ ਦਾਸੀ ਦਾਸ ਨਹੀਂ ਬਣਿਆ ਜਾ ਸਕਦਾ। ਬਿਨਾਂ ਰਹਿਮਤ ਤੋਂ ਉਸ ਦਾ ਪ੍ਰਭੂ ਦਾ ਨਾਮ ਸਵਾਸ ਸਵਾਸ ਜਪਿਆ ਨਹੀਂ ਜਾ ਸਕਦਾ। ਜੋ ਪਰਮਾਤਮਾ ਦਾ ਭਗਤ ਹੈ, ਜੋ ਪਰਮਾਤਮਾ ਦੀ ਅੰਤਰ ਆਤਮਾ ਹੈ, ਜਿਸ ਨੂੰ ਹੰਗ ਦਾ ਨਾਮ ਦੇ ਦਿੱਤਾ, ਬ੍ਰਹਮ ਦਾ ਨਾਮ ਦੇ ਦਿੱਤਾ, ਜਦੋਂ ਉਸ ਦੇ ਉੱਪਰ ਅਗੰਮੀ ਕਿਰਪਾ ਹੁੰਦੀ ਹੈ, ਅਗੰਮਤਾ ਦੀ ਸ਼ਹਿਬਰ ਲੱਗਦੀ ਹੈ, ਅਗੰਮਤਾ ਦਾ ਨੂਰ ਮਿਲਦਾ ਹੈ, ਅਗੰਮੇ ਬਾਪ ਦੀ ਅਗੰਮੀ ਝਲਕ ਮਿਲਦੀ ਹੈ, ਉਸ ਭਗਤ ਆਤਮਾ ਜੋ ਕਿ ਸਾਰੇ ਗੁਰਮੁਖਾਂ ਨੂੰ ਇੱਕੋ ਜਿਹਾ ਮਾਣ ਦੇਤਾ ਕਿ ਗੁਰਸਿੱਖੋ, ਤੁਹਾਡੇ ਅੰਦਰੋਂ ਕਦੀ ਸੋਹੰਗ ਸ਼ਬਦ ਦੀ ਤਾਰਾ ਖਤਮ ਨਾ ਹੋਵੇ। ਤੂੰ ਮੇਰਾ ਮੈਂ ਤੇਰਾ, ਤੂੰ ਮੇਰਾ ਮੈਂ ਤੇਰਾ। ਇਸ ਪ੍ਰਕਿਰਿਆ ਵਿੱਚ ਜੀਵ ਅੱਠੇ ਪਹਿਰ ਦਿਵਸ ਰਹਿਣ ਆਪਣੇ ਪਰਮਾਤਮਾ ਦੇ ਚਰਨਾਂ ਦਾ ਧਾਰਨੀ ਬਣ ਕੇ, ਆਪਣੇ ਅਗੰਮੇ ਬਾਪ ਨੂੰ, ਆਪਣੇ ਉਸ ਜਾਪ ਨੂੰ, ਪਰਮੇਸ਼ਰ ਦਾ ਫਰਮਾਨ ਹੈ ਕਿ ਗੁਰਸਿੱਖੋ, ਤੁਸੀਂ ਆਪਣੇ ਅਗੰਮੇ ਬਾਪ ਨੂੰ, ਆਪਣੇ ਉਸ ਬਾਪ ਦੇ ਜਾਪ ਨੂੰ ਜਿਹੜਾ ਪਰਮੇਸ਼ਵਰ ਨੇ ਦਿੱਤਾ ਹੈ, ਤੁਸੀਂ ਆਪਣੇ ਅੰਦਰੋਂ ਲੱਭ ਲਓ। ਫਿਰ ਤੁਹਾਡੇ ਅੰਦਰ ਕੋਈ ਹਸਦ ਤੇ ਨਫ਼ਰਤ ਨਹੀਂ। ਕੀ ਇਹ ਪ੍ਰਕਿਰਿਆ ਅਸੀਂ ਨਹੀਂ ਕਰ ਸਕਦੇ? ਸਾਡੇ ਅੰਦਰ ਜਿੰਨਾ ਚਿਰ ਪ੍ਰਭੂ ਦਾ ਅਣਿਆਲਾ ਤੀਰ ਨਹੀਂ ਲੱਗਦਾ, ਗੁਰਮੁਖ ਹਿਰਦਾ ਬਿਨ ਤੀਰੋਂ ਜਿੰਨਾ ਚਿਰ ਵਿੰਨਿਆ ਨਹੀਂ ਜਾਂਦਾ, ਜਿੰਨਾ ਚਿਰ ਪਰਮਾਤਮਾ ਦੇ ਨਾਮ ਦੀ ਸਾਡੇ ਅੰਤਰ ਆਤਮਾ ਵਿੱਚ ਸੱਟ ਨਹੀਂ ਲੱਗਦੀ, ਜਿੰਨਾ ਚਿਰ ਸਾਡੇ ਅੰਦਰੋਂ ਅਸੁੱਤੇ ਸਿੱਧ ਆਪਣੇ ਆਪ ਅੰਦਰ ਦੀ ਆਵਾਜ਼ ਦੇ ਉਸ ਰੂਪ ਦੇ ਵਿੱਚ, ਜਿਸ ਰੂਪ ਦੇ ਵਿੱਚ, ਜਿਸ ਆਵਾਜ਼ ਦੇ ਵਿੱਚ ਇੱਕ ਆਵਾਜ਼ ਹੁੰਦੀ ਹੈ, ਉਹ ਆਵਾਜ਼ ਕਿਹੋ ਜਿਹੀ ਹੁੰਦੀ ਹੈ? ਅਨਹਦ ਸ਼ਬਦ ਦੀ ਹੁੰਦੀ ਹੈ, ਨਾਦੀ ਨਾਦ ਦੀ ਹੁੰਦੀ ਹੈ, ਅਨਾਦੇ ਨਾਦ ਹੁੰਦੀ ਹੈ। ਉਸ ਨਾਦ, ਉਸ ਸ਼ਬਦ ਦੀ ਆਵਾਜ਼ ਨੂੰ, ਉਸ ਗੜਗੜਾਹਟ ਨੂੰ, ਉਸ ਅਜਿਹੀ ਤਾਰ ਹੈ ਜਿਸ ਨੂੰ ਕਿਸੇ ਅਲਫਾਜ਼ਾਂ ਵਿੱਚ ਵੀ ਦੱਸਣਾ ਕਠਿਨ ਹੈ। ਉਹ ਪਰਮਾਤਮਾ ਦੇ ਨਾਮ ਦੀ, ਉਹ ਪਰਮਾਤਮਾ ਦੇ ਸ਼ਬਦ ਦੀ ਉਹ ਆਵਾਜ਼, ਉਹ ਗੂੰਜ ਜਦੋਂ ਜੀਵ ਦੀ ਅੰਤਰ ਆਤਮਾ ਦੇ ਵਿੱਚ ਇੱਕ ਅਜਿਹੇ ਰੂਪ ਦੇ ਵਿੱਚ, ਕਦੀ ਉਹ ਸੰਸਾਰੀ ਸਰਵਣ ਕੰਨਾਂ ਦੇ ਨਾਲ ਸੁਣੀ ਨਹੀਂ ਜਾ ਸਕਦੀ। ਉਹ ਅਗੰਮਤਾ ਦੀ ਆਵਾਜ਼ ਸਾਡੀ ਅੰਤਰ ਆਤਮਾ ਦੇ ਵਿੱਚੋਂ ਮਿਲਦੀ ਹੈ। ਉਹ ਅੰਤਰ ਆਤਮਾ ਦੀ ਵਿੱਚ ਆਵਾਜ਼, ਨਿਕਲੀ ਹੋਈ ਆਵਾਜ਼ ਨੂੰ ਕੌਣ ਸੁਣਦਾ ਹੈ? ਇੱਕ ਪੁਰਖ ਅਕਾਲ ਸੁਣਦਾ ਹੈ, ਇੱਕ ਉਹ ਭਗਤ ਆਤਮਾ ਸੁਣਦੀ ਹੈ। ਉਸ ਆਵਾਜ਼ ਨੂੰ ਸੁਣਨ ਦੇ ਨਾਲ ਜੀਵ ਦਾ ਆਪਾ ਖਤਮ ਹੋ ਜਾਂਦਾ, ਜੀਵ ਦੀ ਹੋਂਦ ਬਰਕਰਾਰ ਨਹੀਂ। ਉਸ ਪ੍ਰਕਾਸ਼ ਨੂੰ ਦੇਖਣਾ, ਉਸ ਨੂਰ ਨੂੰ ਤੱਕਣਾ ਕੋਈ ਨਹੀਂ ਤੱਕ ਸਕਦਾ, ਨਾ ਕਿਸੇ ਭਗਤੀ ਨਾਲ, ਨਾ ਸਿਮਰਨ ਨਾਲ, ਨਾ ਜੋਗ ਨਾਲ, ਨਾ ਅਭਿਆਸ ਨਾਲ, ਨਾ ਭਗਤੀ ਨਾਲ ਉਸ ਨੂੰ ਕਦੀ ਤੱਕਿਆ ਨਹੀਂ ਜਾ ਸਕਦਾ। ਤੇ ਜਾਂ ਮੈਂ ਤੱਕਿਆ, ਨੂਰੀ ਦਾ ਨੂਰੀ ਪਰਮਾਤਮਾ ਸਾਖਾਤ ਆਪਣੇ ਸੱਤ ਸਿੰਘਾਸਨ ਤੇ ਬਿਰਾਜਮਾਨ ਹੋਇਆ। ਉਸ ਨੂਰ ਨੂੰ, ਉਸ ਪ੍ਰਕਾਸ਼ ਨੂੰ ਕੋਈ ਤੱਕ ਨਹੀਂ ਸੀ ਸਕਦਾ, ਤੇ ਪਰਮੇਸ਼ਵਰ ਨੇ ਆਪਣਾ ਨੂਰ, ਆਪਣਾ ਪ੍ਰਕਾਸ਼ ਤੁਹਾਨੂੰ ਆਪ ਆ ਕੇ ਦਰਸ਼ਨ ਦੀਦਾਰ ਦੇਤਾ ਕਿ ਗੁਰਸਿੱਖੋ, ਇਹੀ ਮੇਰਾ ਨੂਰ ਹੈ, ਇਹੀ ਮੇਰਾ ਪ੍ਰਕਾਸ਼ ਹੈ। ਤੁਸੀਂ ਦਰਸ਼ਨ ਕਰ ਲਵੋ ਅੱਜ ਰੱਜ ਕੇ, ਤੁਸੀਂ ਰੱਜ ਕੇ ਦਰਸ਼ਨ ਕਰ ਲਓ। ਇਹ ਸਮਾਂ ਦੁਬਾਰਾ ਕਦੋਂ ਮਿਲੇਗਾ? 994 ਚੌਕੜੀ ਯੁੱਗ ਪਿੱਛੋਂ ਫਿਰ ਸਮਾਂ ਸੁਹੰਜਣਾ ਆਵੇਗਾ। ਫਿਰ ਉਹ 27 ਪੋਹ ਦੀ ਰਾਤ ਫਿਰ ਤੁਹਾਨੂੰ ਦੁਬਾਰਾ ਕਦੀ ਮਿਲ ਸਕਦੀ ਨਹੀਂ ਸੀ। ਉਸ ਨੂਰ ਨੂੰ ਤੱਕ ਲਿਆ, ਉਸ ਪ੍ਰਕਾਸ਼ ਨੂੰ ਤੱਕ ਲਿਆ, ਉਸ ਜ਼ਹੂਰ ਨੂੰ ਦੇਖ ਲਿਆ, ਉਸ ਪ੍ਰਭੂ ਦੇ ਚਰਨਾਂ ਵਿੱਚ ਸੱਚੀ ਨਮਸਕਾਰ ਕਰ ਲਈ,
ਸੱਚੀ ਨਮਸਕਾਰ ਕਰਨ ਦੇ ਨਾਲ ਜੀਵਨ ਦੀ ਧਾਰਾ ਬਦਲ, ਜੀਵਨ ਦੀ ਖਾਸ ਤੇ ਧਾਰਾ ਨੂੰ ਬਦਲ ਦਿੱਤਾ। ਜੀਵਨ ਦੇ ਉਸ ਰੂਪ ਨੂੰ ਇੱਕ ਅਜਿਹੇ ਰੂਪ ਦੇ ਵਿੱਚ ਬਦਲ ਕੇ ਰੱਖ ਦਿੰਦਾ ਹੈ ਪਰਮਾਤਮਾ, ਕਿਉਂਕਿ ਭਗਤਾਂ ਨੂੰ ਫਰਮਾਨ ਦੇ ਦਿੱਤਾ ਕਿ ਤੁਹਾਡੀ ਅੰਤਰ ਆਤਮਾ ਵਿੱਚ ਮੈਂ ਸਦਾ ਰਹਿਣਾ ਹੈ, ਮੇਰਾ ਵਾਸ ਹੈ। ਪਰ ਇੱਕ ਗੱਲ ਤੇ, ਇਸ ਗੱਲ ਤੇ ਤੁਸੀਂ ਵਿਸ਼ਵਾਸ ਵੀ ਕਰ ਲਿਓ, ਤੁਸੀਂ ਇਸ ਗੱਲ ਤੇ ਚੱਲਿਓ ਵੀ ਕਿ ਜਿੰਨਾ ਚਿਰ ਤੁਹਾਡੀ ਅੰਤਰ ਆਤਮਾ ਦੀ ਸਵੱਛਤਾ ਨਹੀਂ ਹੁੰਦੀ, ਜਿੰਨਾ ਚਿਰ ਤੁਹਾਡੀ ਅੰਤਰ ਆਤਮਾ ਵਿੱਚ ਮੇਰੇ ਨਾਮ ਦੀ ਪ੍ਰਕਿਰਿਆ ਨਹੀਂ ਹੁੰਦੀ, ਜਿੰਨਾ ਚਿਰ ਤੁਹਾਡੇ ਅੰਦਰ ਆਪਣੇ ਪ੍ਰਭੂ ਦਾ ਨਾਮ ਇੱਕ ਐਸੇ ਰੂਪ ਵਿੱਚ ਨਹੀਂ ਸਮਾਇਆ ਜਾਂਦਾ, ਕਿਉਂਕਿ ਪਰਮਾਤਮਾ ਦੇ ਵਿੱਚ ਵੀ ਸਮਾਧ ਹੋਣਾ, ਪ੍ਰਭੂ ਦੇ ਵਿੱਚ ਸਮਾ ਜਾਣਾ, ਉਹ ਸਮਾਉਣ ਤੋਂ ਬਾਅਦ ਗੁਰਸਿੱਖ ਦੀ ਅੰਤਰ ਆਤਮਾ ਆਪਣੇ ਪਰਮਾਤਮਾ ਦੇ ਉਸ ਰੂਪ ਦੇ ਵਿੱਚ ਸਮਾ ਜਾਂਦੀ ਹੈ, ਜਿੱਥੇ ਕਿ ਇੱਕੋ ਹੀ ਨੂਰ ਹੁੰਦਾ ਹੈ, ਇੱਕੋ ਹੀ ਪ੍ਰਕਾਸ਼ ਹੁੰਦਾ ਹੈ। ਉੱਥੇ ਕਿਸੇ ਜੀਵ ਪ੍ਰਾਣੀ ਦੀ ਹੋਂਦ ਨਹੀਂ ਹੁੰਦੀ, ਉੱਥੇ ਆਤਮਾ ਤੇ ਪਰਮਾਤਮਾ ਦੀ ਮਿਲਣੀ, ਪਰਮਾਤਮਾ ਤੇ ਆਤਮਾ ਦੀ ਮਿਲਣੀ, ਉਸ ਮਿਲਣੀ ਵਿੱਚ ਸੋਹੰਗ ਸ਼ਬਦ ਦਾ ਉਹ ਰੂਪ ਹੁੰਦਾ ਹੈ, ਜਿੱਥੇ ਇੱਕ ਆਵਾਜ਼ ਆਉਂਦੀ ਹੈ, ਤੂੰ ਮੇਰਾ ਤੇ ਮੈਂ ਤੇਰਾ। ਉਸ ਆਵਾਜ਼ ਨੂੰ ਸੁਣਨ ਵਾਸਤੇ ਅਗੰਮੇ ਬਾਪ ਨੇ ਅਗੰਮੀ ਆਵਾਜ਼ ਦੇ ਕੇ ਇੱਕ ਰੂਪ ਵਿੱਚ ਫਰਮਾਨ ਦਿੰਦੇ ਨੇ, ਐ ਮੇਰੀ ਭਗਤ ਆਤਮਾ, ਜੇ ਜੀਵਨ ਹੈ ਜੋ ਸੰਸਾਰ ਵਿੱਚ ਇਹ ਥੋੜ ਚਿਰਾ ਹੁੰਦਾ ਹੈ, ਕਦੀ ਇਸ ਜੀਵਨ ਨੂੰ ਆਪਣੇ ਇਸ ਰੂਪ ਦੇ ਵਿੱਚ ਪ੍ਰਭੂ ਦੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ, ਜਿੱਥੇ ਇੱਕ ਵਿਸ਼ਵਾਸ ਹੋਵੇ। ਗੁਰਸਿੱਖ ਦਾ ਵਿਸ਼ਵਾਸ ਇੱਕ ਅਜਿਹੇ ਰੂਪ ਦੇ ਵਿੱਚ ਹੋਣਾ ਚਾਹੀਦਾ ਹੈ। ਗੁਰਸਿੱਖ ਜੀਵੇ ਗੁਰਪਰਵਾਸੇ। ਜਿੰਨਾ ਚਿਰ ਸਾਡੇ ਅੰਦਰ ਵਿਸ਼ਵਾਸ ਨਹੀਂ, ਜਿੰਨਾ ਚਿਰ ਪ੍ਰਭੂ ਦੇ ਨਾਮ ਦੀ ਉਹ ਠੋਕਰ ਜੀਵ ਪ੍ਰਾਣੀ ਨੂੰ ਨਹੀਂ ਲੱਗਦੀ, ਜਿੰਨਾ ਚਿਰ ਪਰਮਾਤਮਾ ਆਤਮਾ ਆਤਮਾ ਪਰਮਾਤਮਾ ਦੀ ਉਸ ਹੋਂਦ ਨੂੰ ਸੱਚ ਰੂਪ ਵਿੱਚ ਤਸੱਵਰ ਨਹੀਂ ਕੀਤਾ ਜਾਂਦਾ, ਜਿੰਨਾ ਚਿਰ ਆਪਣੇ ਉਸ ਪੁਰਖ ਅਕਾਲ ਦੀ ਸਰਨਾ ਦੇ ਵਿੱਚ ਟੱਠਿਆ ਨਹੀਂ ਜਾਂਦਾ, ਜਿੰਨਾ ਚਿਰ ਉਸ ਪ੍ਰਭੂ ਦੀ ਇੱਕ ਅੰਤਰ ਆਤਮਾ ਦੇ ਵਿੱਚ ਇੱਕ ਸੱਚਾ ਉਹ ਨੂਰ ਉਹ ਪ੍ਰਕਾਸ਼ ਤੱਕਿਆ ਨਹੀਂ ਜਾਂਦਾ, ਜਿੰਨਾ ਚਿਰ ਆਪਣੇ ਪ੍ਰਭੂ ਨੂੰ ਆਪਣੇ ਅੰਦਰ ਸਮਾਇਆ ਨਹੀਂ ਜਾਂਦਾ। ਉਸ ਸਮਾਉਣ ਦੇ ਵਿੱਚ ਅਕੰਮਤਾ ਦੀ ਉਹ ਧਾਰ ਹੁੰਦੀ ਹੈ, ਜਿਸ ਨੂੰ ਸੰਸਾਰੀ ਅੱਖਰਾਂ ਦੇ ਵਿੱਚ ਨਾ ਬਿਆਨ ਕੀਤਾ ਜਾ ਸਕਦਾ ਹੈ, ਨਾ ਦੱਸਿਆ ਜਾ ਸਕਦਾ ਹੈ, ਨਾ ਕਿਸੇ ਕਲਮ ਦਵਾਤ ਦੇ ਨਾਲ ਲਿਖਿਆ ਜਾਂਦਾ ਹੈ। ਉਹ ਇੱਕ ਅਜਿਹੀ ਬਖਸ਼ਿਸ਼ ਹੁੰਦੀ ਹੈ ਜਿਹੜੀ ਨਿਰ ਅੱਖਰ ਤਾਰ ਦੇ ਵਿੱਚੋਂ ਉਪਜਦੀ ਹੈ। ਉਹ ਕਦੀ ਅੱਖਰੀ ਰੂਪ ਵਿੱਚ ਨਹੀਂ ਬਣੀ, ਉਹ ਅੱਖਰੀ ਰੂਪ ਵਿੱਚ ਉਦੋਂ ਆ ਕੇ ਬਣ ਗਈ ਜਦੋਂ ਪਰਮੇਸ਼ਵਰ ਨੇ ਆਪਣੀ ਅੱਖਰੀ ਤਾਰ ਨੂੰ ਮਾਤ ਲੋਕ ਵਿੱਚ ਮੁਖਾਤਬ ਕੀਤਾ, ਆਪਣੀ ਇੱਕ ਸੱਤ ਦੀ ਤਾਰ ਨੂੰ 3 5 ਤੋਂ ਉੱਪਰ ਕਰਕੇ 52 ਅੱਖਰੀ ਤਾਰ ਤੋਂ ਉੱਪਰ ਹੋ ਕੇ ਆਪਣੇ ਉਸ ਹਰ ਬਾਣੀ ਨੂੰ ਐਸੇ ਰੂਪ ਵਿੱਚ ਅੰਕਿਤ ਕਰ ਦਿੱਤਾ, ਜਿਸ ਦਾ ਜੀਵ ਵਾਸਤੇ ਭੇਦ ਪਾਉਣਾ ਕਠਨ ਤੋਂ ਕਠਨ ਹੈ। ਪਰਮਾਤਮਾ ਦੀ ਮਰਜ਼ਾਦਾ ਨੂੰ, ਪਰਮਾਤਮਾ ਦੇ ਉਸ ਨੂਰ ਨੂੰ, ਪਰਮਾਤਮਾ ਦੇ ਉਸ ਪ੍ਰਕਾਸ਼ ਨੂੰ, ਪਰਮਾਤਮਾ ਦੀ ਉਸ ਹੋਂਦ ਨੂੰ ਕੋਈ ਵੀ ਜੀਵ ਤਸੱਵਰ ਨਹੀਂ ਸੀ ਕਰ ਸਕਦਾ। ਪਰਮਾਤਮਾ ਨੇ ਆਪਣਾ ਆਪ ਤਸੱਵਰ ਤੁਹਾਨੂੰ ਆਪ ਕਰਾਇਆ। ਕੀ ਅਸੀਂ ਆਪਣੇ ਪਰਮਾਤਮਾ ਨੂੰ ਲੱਭ ਸਕਦੇ ਸੀ? ਪਰਮਾਤਮਾ ਮਿਲਿਆ ਸਾਖਾਤ ਸਿੰਘਾਸਨ ਤੇ ਬਿਰਾਜਮਾਨ, ਕਿਉਂਕਿ ਸ਼ਹਿਨਸ਼ਾਹ ਜੀ ਨੇ ਫਰਮਾਨ ਕੀਤਾ ਇੱਕ ਨਿਮਾਣੀ ਜੀ ਬੱਚੀ ਦਾ ਨਾਮ ਲੈ ਕੇ, ਇਹੀ ਮੇਰਾ ਨੂਰ ਇਹੀ ਮੇਰਾ ਜ਼ਹੂਰ ਹੈ, ਮੈਂ ਆਪਣੇ ਆਪ ਵਿੱਚ ਸਭ ਕੁਝ ਹੈ, ਮੈਂ ਕਦੀ ਭਰਮ ਭੁਲੇਖਾ ਨਹੀਂ ਰਹਿਣ ਦਿੰਦਾ। ਤੇ ਅੱਜ ਸਾਨੂੰ ਕਿਸੇ ਭਰਮ ਭੁਲੇਖੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈ। ਗ੍ਰੰਥ ਨੰਬਰ 23 ਵਿੱਚ 7 ਸਮੁੰਦਰਾਂ ਦੀ ਸਾਈ ਵੀ ਬਣ ਜਾਵੇ ਤੇ ਤਾਂ ਵੀ ਪਰਮਾਤਮਾ ਦੀ ਸਿਫਤ ਲਿਖੀ ਨਹੀਂ ਜਾ ਸਕਦੀ। ਸਰਕਾਰ ਅੱਜ ਸਮੇਂ ਦੀ ਲੋੜ ਹੈ, ਆਪਣੀਆਂ ਮਨ ਦੀਆਂ ਸੋਚ ਤੋਂ ਉੱਪਰ ਉੱਠ ਕੇ ਆਪਣੇ ਮਨ ਨੂੰ ਪਰਮੇਸ਼ਵਰ ਦੇ ਚਰਨਾਂ ਦੇ ਅਧੀਨ ਕਰ ਲਓ। ਇਸ ਤੋਂ ਵੱਡੀ ਹੋਰ ਕੋਈ ਫਕੀਰੀ ਹੁੰਦੀ ਨਹੀਂ। ਮਨ ਦੇ ਅਧੀਨ ਨਹੀਂ ਕਦੀ ਹੋਣਾ, ਸਤਿਗੁਰ ਦੇ ਚਰਨਾਂ ਦੇ ਅਧੀਨ
ਆਪਣੇ ਮਨ ਨੂੰ ਕਰ ਲਓ ਤੇ ਤੁਹਾਡਾ ਹਰ ਮਾਰਗ ਸਹਿਜ ਅਵਸਥਾ ਵਿੱਚ ਹੋ ਜਾਵੇਗਾ। ਇਹ ਪਰਮਾਤਮਾ ਦਾ ਵਾਅਦਾ ਹੈ। ਜਿੰਨਾ ਚਿਰ ਸਾਡੇ ਅੰਦਰ ਹਉਮੈ ਹੈ, ਹੰਕਾਰ ਹੈ, ਮਾਣ ਹੈ, ਅਸੀਂ ਮਿੱਟੀ ਖਾਕ ਦੇ ਵਿੱਚ ਰੁਲ ਜਾਂਦੇ ਹਾਂ। ਜੇਕਰ ਅਸੀਂ ਇੱਕ ਮਿੱਟੀ ਨੂੰ ਦੇਖੋ, ਇੱਕ ਤਰਨੀ ਨੂੰ ਦੇਖੋ, ਇੱਕ ਖਾਕ ਨੂੰ ਦੇਖੋ ਜਿਹੜੀ ਆਪਣੀ ਰਸਨਾ ਤੋਂ ਬੋਲ ਨਹੀਂ ਸੀ ਸਕਦੀ, ਪ੍ਰਭੂ ਆਮਨ ਤੇ ਧਰਤੀ ਬੋਲ ਉੱਠੀ। ਜਨ ਭਗਤੋ ਪ੍ਰਭ ਦਾ ਮੰਗੋ ਇੱਕੋ ਦਰਸ, ਪ੍ਰਭ ਦਾ ਇੱਕੋ ਦਰਸ ਮੰਗ ਲਓ। ਮੈਂ ਮਿੱਟੀ ਖਾਕ ਹਾਂ, ਮੈਂ ਆਪਣੀ ਹਜੂਰ ਸ਼ਹਿਨशाही ਦੇ ਆਪਣੇ ਅਲਫਾਜ਼ ਨੇ, ਮੈਂ ਮਿੱਟੀ ਖਾਕ ਹਾਂ, ਮੈਂ ਆਪਣੀ ਰਸਨਾ ਤੋਂ ਬੋਲ ਨਹੀਂ ਸਕਦੀ, ਪਰ ਫਿਰ ਵੀ ਪਰਮਾਤਮਾ ਮੈਂ ਤੇਰੀ ਇੱਕ ਓਟ ਰੱਖਦੀ ਹਾਂ। ਜੇ ਇੱਕ ਮਿੱਟੀ ਖਾਕ ਜਿਸ ਦਾ ਆਪਣਾ ਕੋਈ ਵਜੂਦ ਨਹੀਂ ਸੀ, ਹੋਂਦ ਨਹੀਂ ਸੀ, ਪ੍ਰਭੂ ਆਮਦ ਤੇ ਪ੍ਰਭੂ ਦੇ ਪਵਿੱਤਰ ਚਰਨ ਰੱਖਣ ਤੇ ਧਰਤੀ ਬੋਲ ਉੱਠੀ ਕਿ ਅੱਜ ਮੇਰੇ ਤਨ ਭਾਗ ਨੇ ਮੇਰਾ ਪਰਮਾਤਮਾ ਮੇਰੇ ਗ੍ਰਹਿ ਆ ਕੇ ਆਪਣੇ ਪਵਿੱਤਰ ਚਰਨਾਂ ਨਾਲ ਮੈਨੂੰ ਮਾਣ ਦਿੱਤਾ। ਉਸ ਧਰਤੀ ਨੇ ਕਹਿਤਾ ਕਿ ਮੈਂ ਇੱਕੋ ਤੇਰੀ ਓਟ ਰੱਖਦੀ ਹਾਂ। ਹਜੂਰ ਸ਼ਹਿਨशाह ਜੀ ਦੀ ਹਰ ਬਾਣੀ ਕੈਸਟ ਵੀ ਹੈ ਮੇਰੇ ਕੋਲ, ਹਜੂਰ ਸ਼ਹਿਨशाह ਜੀ ਕਿ ਮੈਂ ਪ੍ਰਭੂ ਇੱਕ ਤੇਰੀ ਓਟ ਰੱਖਦੀ ਹਾਂ। ਆਪਾਂ ਤੇ ਫਿਰ ਜੀਂਦੇ ਜਾਗਦੇ ਪੰਜ ਤੱਤ ਇਨਸਾਨ ਹਾਂ, ਸਾਨੂੰ ਪੁਰਖ ਅਕਾਲ ਦੀ ਇੱਕ ਓਟ ਰੱਖਣੀ ਚਾਹੀਦੀ ਹੈ। ਸਰਬਹਰ ਸੰਗਤ ਜੀ, ਅੱਜ ਦਿਵਸ ਤੇ 27 ਪੋਹ ਦਾ ਹੈ, ਪਰ ਮੈਂ ਲਿਖਤ 21 ਪੋਹ ਦੀ ਪੜੂੰਗੀ। 27 ਤੇ 26 ਪੋਹ ਦੀ ਰਾਤ ਨੂੰ ਮਹਾਰਾਜ ਨੇ ਬਹੁਤ ਮਾਣ ਦਿੱਤਾ ਕਿ ਤੁਸੀਂ ਇਹ 27 ਪੋਹ ਦੀ ਰਾਤ ਫਿਰ ਆਵੇਗੀ 994 ਚੌਕੜੀ ਯੁੱਗ ਤੋਂ ਬਾਅਦ। ਇਹ 27 ਪੋਹ ਦੀ ਰਾਤ ਤੁਹਾਨੂੰ ਦੁਬਾਰਾ ਕਦੀ ਮਿਲ ਸਕਦੀ ਨਹੀਂ। 26 ਪੋਹ 27 ਪੋਹ ਸ਼ਹਿਨशाही ਸੰਮਤ 4 ਦੀ ਇਹ ਲਿਖਤ ਹੈ। ਅੱਜ 21 ਪੋਹ ਦੀ ਲਿਖਤ ਸ਼ਹਿਨशाही ਸੰਮਤ 9। ਹਜੂਰ ਸ਼ਹਿਨशाह ਜੀ ਨੇ ਲੰਗਰ ਦੀ ਚਾਰ ਦੀਵਾਰੀ ਦੀ ਨੀਂਹ ਰੱਖਣ ਸਮੇਂ ਗੁੱਟ ਵਿੱਚੋਂ ਖੂਨ ਕੱਢ ਕੇ ਵਿਹਾਰ ਕੀਤਾ। ਇਸੇ ਹੀ 26 ਪੋਹ ਸ਼ਹਿਨशाही ਸੰਮਤ 9 ਵਿੱਚ ਲੰਗਰ ਦਾ ਜਿਹੜਾ ਦੂਸਰਾ ਦਰਵਾਜ਼ਾ ਜਿਹੜਾ ਉਸੇ ਤਰ੍ਹਾਂ ਹੀ ਰੱਖਿਆ ਗਿਆ, ਕੋਈ ਤਬਦੀਲੀ ਨਹੀਂ ਕੀਤੀ। ਹਜੂਰ ਸ਼ਹਿਨशाह ਜੀ ਨੇ 26 ਪੋਹ ਸ਼ਹਿਨशाही ਸੰਮਤ 9 ਨੂੰ ਉੱਥੇ ਸ਼ਾਮ ਦੇ ਵਕਤ ਸੱਤ ਰੰਗ ਦਾ ਕਮੀਜ਼ ਪਹਿਨ ਕੇ, ਕਮਰ ਕੱਸਾ ਬੰਨ ਕੇ, ਸੱਤ ਰੰਗ ਦੀ ਟੁੱਪੀ ਪਹਿਨ ਕੇ ਉੱਥੇ ਵਿਹਾਰ ਕੀਤਾ। ਚਰਨਾਂ ਦੇ ਵਿੱਚ ਤਿੱਲੇਦਾਰ ਜੋੜਾ ਪਾਇਆ। ਹਜੂਰ ਸ਼ਹਿਨशाह ਜੀ ਜਿਸ ਧਰਤੀ ਤੇ ਆਪਣਾ ਪਵਿੱਤਰ ਚਰਨ ਰਖਾਇਆ, ਉੱਥੇ ਹੀ ਉੱਪਰ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਜੈਕਾਰਾ ਲਿਖ ਕੇ ਲਾਇਆ। ਇੱਕ ਹੱਥ ਵਿੱਚ ਖੰਡਾ, ਇੱਕ ਹੱਥ ਵਿੱਚ ਕਟਾਰ ਫੜੀ ਹੋਈ। ਹਜੂਰ ਸ਼ਹਿਨशाह ਜੀ ਨੇ ਉੱਥੇ ਸਾਰਿਆਂ ਨੂੰ ਵਾਰੋ ਵਾਰੀ ਆਪਣੇ ਹੁਕਮ ਅਨੁਸਾਰ ਅੰਦਰ ਲੰਘਣ ਦਾ ਹੁਕਮ ਦਿੱਤਾ। ਨਾਲ ਹੀ ਫਰਮਾਨ ਕਰ ਦਿੱਤਾ ਕਿ ਜਿੰਨਾ ਚਿਰ ਮੈਂ ਲੰਗਰ ਦੀ ਮਰਜ਼ਾਦਾ ਨੂੰ ਮੈਂ ਕਾਇਮ ਨਹੀਂ ਕੀਤਾ, ਉਹਨਾਂ ਚਿਰ ਮੈਂ ਕੋਈ ਗੱਲ ਕੀਤੀ ਹੀ ਨਹੀਂ। ਭਗਵਾਨ ਦਾ ਭੰਡਾਰਾ ਕਦੀ ਨਖੁੱਟਦਾ ਨਹੀਂ, ਨਾ ਹੀ ਭਗਵਾਨ ਦੇ ਭੰਡਾਰੇ ਦੇ ਵਿੱਚ ਕਦੀ ਤੋਟ ਆਉਂਦੀ ਹੈ। ਪੁਰਖ ਅਕਾਲੀ ਕੀਆ ਸੁਣ ਵਿਸ਼ਨੂੰ ਸੇਵਾਦਾਰ, ਤੇਰੀ ਸੇਵਾ ਮਾਤ ਵਡਿਆਈਆ, ਤੂੰ ਲੱਖ 84 ਦੇ ਆਹਾਰੀ, ਕਾਰੀ ਕਾਰੇ ਰਿਜਕ ਪੁਚਾਈਆ, ਪੂਰਨ ਜੋਤ ਪੂਰਨ ਮੇਰੀ ਤਾਰੇ, ਪੂਰਨ ਪੂਰਨ ਵਿੱਚ ਸਮਾਈਆ,
ਜਿਸ ਦੇ ਪਿਆਰ ਵਿੱਚ ਸਤਿਕਾਰ ਵਿੱਚ ਕਲ ਯੁਗ ਕੂੜਾ ਦੇਣਾ ਨਿਵਾਰੀ ਕਲ ਘਾਤੀ ਦੇਣੇ ਖਪਾਇਆ ਸਤਿਯੁਗ ਦਾ ਸਤ ਧਰਮ ਚਲਾਵੀ ਵਾਰੇ ਆਪਣਾ ਰਾਹ ਸਮਝਾਇਆ। ਹਜੂਰ ਸ਼ਹਿਨਸ਼ਾਹ ਜੀ ਦੇ ਗੁੱਟ ਵਿੱਚੋਂ ਉਸ ਵਕਤ ਨੀਂਹ ਰੱਖਣ ਵੇਲੇ ਖੂਨ ਕੱਢਿਆ ਗਿਆ। ਕਿਉਂ ਕੱਢਿਆ ਗਿਆ? ਇਸ ਖੂਨੀ ਬਦਲੇ ਜਨ ਭਗਤਾਂ ਫੜਨੀ ਪਏ ਨਾ ਕਦੇ ਜੁੱਧ ਵਿੱਚ ਤਲਵਾਰੀ ਖੰਡੇ ਖੜਗੀ ਨਾ ਕੋਏ ਉਠਾਇਆ ਖਾਂਦਿਆਂ ਪੀਂਦਿਆਂ ਖੁਸ਼ੀਆਂ ਵਿੱਚ ਦੋ ਜਹਾਨਾਂ ਕਰ ਜਾਹੇ ਪਾਰ 184 ਗੇੜਾ ਦੇ ਕਟਾਇਆ ਜੋ ਇੱਕ ਵਾਰ ਭੋਜਨੀ ਛਕੀ ਜਾਇਆ ਕਰੇਗਾ ਵਿੱਚੋਂ ਏਸੀ ਚਾਰੀ ਦੀਵਾਰ ਉਸ ਦਾ ਜਨਮ ਮਰਨ ਦਾ ਲੇਖਾ ਰਹੇ ਨਾ ਰਾਇਆ। ਸਰਬਹਰ ਸੰਗਤ ਜੀ, ਜੋ ਲੰਗਰ ਦੇ ਵਿੱਚੋਂ ਇਸ ਚਾਰ ਦੀਵਾਰੀ ਨੂੰ 4 ਫੁੱਟ ਦੀ ਉਚਾਈ 'ਤੇ ਕੀਤਾ ਗਿਆ। 4 ਯੁੱਗਾਂ ਦੀ ਯਾਦ ਵਿੱਚ ਹਜੂਰ ਸ਼ਹਿਨਸ਼ਾਹ ਜੀ ਨੇ ਫਰਮਾਨ ਕੀਤਾ ਕਿ ਜੋ ਇੱਥੋਂ ਲੰਗਰ ਛਕ ਕੇ ਜਾਇਆ ਕਰੇਗਾ ਉਸ ਦਾ ਜਨਮ ਕਰਮ ਦਾ ਲੇਖ ਖਤਮ ਕਰਦਾ। ਲਿਖਤ ਲੰਬੀ, ਮੈਂ ਥੋੜ੍ਹੀ ਜਿਹੀ ਵਿੱਚੋਂ ਛੱਡ ਵੀ ਰਹੀ ਹਾਂ। ਖੂਨ ਕਹੇ ਮੈਨੂੰ ਛੇਤੀ ਲਵੋ ਕਾਢੀ ਖੂਨ ਕਹੇ ਮੈਨੂੰ ਛੇਤੀ ਲਵੋ ਕੱਢ ਇੱਟਾਂ ਚਾਰਾਂ ਨਾਲ ਛੁਹਾਇਆ 4 ਇੱਟਾਂ ਦੇ ਨਾਲ ਹਜੂਰ ਸ਼ਹਿਨਸ਼ਾਹ ਜੀ ਦੇ ਗੁੱਟ ਵਿੱਚੋਂ ਕੱਢਿਆ ਹੋਇਆ ਖੂਨ 4 ਇੱਟਾਂ ਦੇ ਨਾਲ ਲਗਾਇਆ ਗਿਆ। ਮੇਰਾ ਨਿਸ਼ਾਨਾ 1.25 ਫੁੱਟ ਥੱਲੇ ਦੇਣਾ ਗੱਡ 1.25 ਫੁੱਟ ਧਰਤੀ ਨੂੰ ਪੁੱਟਿਆ ਗਿਆ ਇਹਨਾਂ ਇੱਟਾਂ ਨੂੰ ਰੱਖਣ ਵਾਸਤੇ। ਗੋਡ ਨੂੰ ਸੰਦੇਸ਼ਾ ਦੇਣਾ ਚਾਹੀਆਂ ਮੇਰਾ ਪ੍ਰੇਮ ਵਾਲਾ ਲਢਾਉਣਾ ਲਾਡੀ ਖੁਸ਼ੀਆਂ ਟੋਲੇ ਗਾਇਆ। 26 ਪੋਹ ਸ਼ਹਿਨਸ਼ਾਹੀ ਸੰਮਤ 9 ਨੂੰ ਹਜੂਰ ਸ਼ਹਿਨਸ਼ਾਹ ਜੀ ਨੇ ਸਰਬਹਰ ਸੰਗਤ ਨੂੰ ਸੰਦੇਸ਼ ਦਿੱਤਾ ਹੈ ਵੀ ਇਸ ਦਰ 'ਤੇ ਚੱਲ ਕੇ ਆ। ਇਹ ਲਿਖਤ 21 ਪੋਹ ਦੀ ਹੈ। ਜਿਸ ਕਾਰਨ ਤੁਹਾਨੂੰ ਭਗਤੋ ਲਿਆ ਸਦ ਭਗਤ ਦਵਾਰ ਵੱਜੇ ਵਧਾਈਆ 21 ਪੋਹ ਦੀ ਯਾਦ ਰਹੇਗੀ ਵਿੱਚ ਜਗ 21 ਪੋਹ ਦੀ ਯਾਦ ਰਹੇਗੀ ਵਿੱਚ ਜਗ ਸ਼ਹਿਨਸ਼ਾਹੀ ਸੰਮਤ 9 ਨਾਲ ਵਡਿਆਈਆ। ਹਜੂਰ ਸ਼ਹਿਨਸ਼ਾਹ ਜੀ ਨੇ ਆਪਣੇ ਸਰਗੁਣ ਸਰੂਪ ਨੂੰ ਕਿ ਇਹ ਮੈਂ ਮਾਤਲੋਕ ਦੇ ਵਿੱਚੋਂ ਆਪ ਲੈ ਕੇ ਹੀ ਜਾਣਾ ਹੈ। ਇੱਥੇ ਸਦਾ ਧਰਮ ਦਾ ਵੱਜਦਾ ਰਹੇਗਾ ਨਦ ਜੇਠੂਵਾਲ ਹਰ ਭਗਤ ਦਵਾਰ ਵਿੱਚ ਸਦਾ ਹੀ ਧਰਮ ਦਾ ਨਾਦ ਵੱਜਦਾ ਰਹੇਗਾ। ਅਨਾਦਿ ਕਾਲ ਤੋਂ ਆਦਿ ਰੀਤੀ ਚੱਲੀ ਆਈ ਆ। ਭਗਤ ਭਗਵਾਨ ਦੀ ਕਦੀ ਖਤਮ ਨਹੀਂ ਹੁੰਦੀ ਜਦ ਭਗਤ ਤੇ ਭਗਵਾਨ ਦੀ ਕਦੀ ਜਦ ਖਤਮ ਨਹੀਂ ਹੁੰਦੀ। ਜੁਗ ਜੁਗ ਦੋਵੇਂ ਮਿਲ ਕੇ ਆਪਣੀ ਖੁਸ਼ੀ ਬਣਾਈ ਆ। ਸੋ ਵਕਤ ਸੁਹੰਜਣਾ ਸੁਹਾਵਾ ਸਭ ਦਾ ਮੇਲ ਸਭ ਦਾ ਹੋਇਆ ਅੱਜ ਲੋਕ ਮਾਤ ਮਿਲੇ ਵਡਿਆਈਆ। ਲੋਕ ਮਾਤ ਦੇ ਵਿੱਚ ਭਗਤਾਂ ਨੂੰ ਵਡਿਆਈ ਪਰਮੇਸ਼ਵਰ ਨੇ ਆਪ ਦੇ ਦਿੱਤੀ। 21 ਪੋਹ ਕੇ ਮੇਰੀ ਗੋਬਿੰਦ ਨੇ ਰੱਖੀ ਤਾਰ ਧਰਮ ਨਾਲ ਜਣਾਈਆ
52 ਕਮੀਆਂ ਦਾ ਉਧਾਰ, ਭਾਵਾਂ ਦਾ ਲੇਖਾ ਨਾਲ ਮਲਾਈਆ, ਪੰਜਾਂ ਦਾ ਲੈਣਾ ਵਿੱਚ ਸੰਸਾਰੀ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗਵਾਈਆ, ਲੇਖ ਲੇਖਣੀ ਕਰੇ ਪੁਕਾਰ, ਕਲਮ ਕਲਮਾਂ ਤੋਂ ਬਾਹਰ ਸੀਸ ਨਵਾਈਆ, ਕਿਰਪਾ ਕਰੀ ਮੇਰੇ ਨਿਰੰਕਾਰੀ, ਤੇਰੇ ਹੱਥ ਵਡਿਆਈਆ, ਤੇਰਾ ਬਦਲਦਾ ਜਾਂਦਾ ਸਮਾਂ, ਬਦਲ ਜਾਣਾ ਵਿਵਹਾਰ, ਬਦਲੀ ਹੋਵੇ ਥਾਂੋਂ ਥਾਈਆਂ, ਮੈਂ ਕੂਕ ਕੇ ਕਹਾਂ ਪੁਕਾਰ, ਇੱਕੀ ਪੋ ਕਹਿ ਰਿਹਾ, ਮੈਂ ਕੂਕ ਕੇ ਕਰਾਂ ਪੁਕਾਰ, ਜ਼ੋਰ ਨਾਲ ਜ਼ੋਰ ਜ਼ੋਰ ਸੁਣਾਈਆ, ਭਗਤ ਭਗਵਾਨ ਦੀ ਤਾਰ, ਭਗਤ ਭਗਵਾਨ ਦੀ ਤਾਰ ਹੋਵੇ ਦਵਾਰ, ਧਰਤੀ ਉੱਤੇ ਸੋਭਾ ਪਾਈਆ, ਕੂੜੀ ਕਿਰਿਆ ਜਨ ਭਗਤਾਂ ਅੰਦਰੋਂ, ਕੂੜੀ ਕਿਰਿਆ ਜਨ ਭਗਤਾਂ ਅੰਦਰੋਂ ਕੱਢਣੀ ਬਾਹਰ, ਤਾਨਵ ਯੁੱਧ ਰਹਿਣ ਨਾ ਪਾਈਆ, ਸਤ ਸੱਚ ਦਾ ਬਖਸ਼ੀ ਪਿਆਰ, ਦੇਣੀ ਮਾਣ ਵਡਿਆਈਆ, ਮੈਂ ਅੱਗੇ ਰਵਾਂ ਜੁਗ ਚਾਰ, ਇਹ ਚਾਰ ਦੀਵਾਰ 4 ਯੁੱਗ ਤੱਕ ਰਵੇਗੀ, ਜਿਸ ਦੀ ਉਚਾਈ 21 ਫੁੱਟ ਹੋਵੇਗੀ। ਲੰਗਰ ਦੀ 4 ਦੀਵਾਰੀ ਜਦੋਂ ਦੁਬਾਰਾ ਬਣੇਗੀ, 2100 ਫੁੱਟ ਚੁਗਿਰਦਾ ਲਵਾਂ ਬਣਾਏਗਾ, 2100 ਫੁੱਟ ਆਲਾ ਦੁਆਲਾ ਹੋਵੇਗਾ। ਉਸ ਵਕਤ ਲੰਗਰ ਦੀ 4 ਦੀਵਾਰੀ 21 ਫੁੱਟ ਹੀ ਉੱਚੀ ਹੋਵੇਗੀ। 2100 ਫੁੱਟ ਦਾ ਘੇਰਾ ਸ਼ਬਦ ਸ਼ਹੀਦ ਵੀਰ ਮਨਜੀਤ ਸਿੰਘ ਦੀ ਮੋਹਾਲ ਅਟਾਰੀ ਦਾ ਜੋ ਨਿਸ਼ਾਨ ਬਣਾਇਆ, ਉਸ ਤੋਂ ਠੀਕ 4.25 ਕਿੱਲੇ ਅੱਗੇ ਬਣਦਾ ਹੈ। ਸਤਯੁਗ ਵਿੱਚ ਮੈਨੂੰ 21 ਫੁੱਟ ਕਰੇਗੀ ਸਾਰੀ ਸ੍ਰਿਸ਼ਟੀ ਦੀ ਸਰਕਾਰ, 2100 ਫੁੱਟ ਆਪਣਾ ਚੁਗਿਰਦਾ ਲਵਾਂ ਬਣਾਈਆ, ਮੇਰੇ 9 ਪਗ ਤੇ ਦੁਆਰੇ, ਮੇਰੇ 9 ਪਗ ਤੇ ਦੁਆਰੇ, ਇਸ ਪਗ ਦੁਆਰੇ ਦੇ ਹੋਣਗੇ ਬਾਰ, ਧਰਤੀ ਇਸੇ ਉੱਤੇ ਸੋਭਾ ਪਾਈਆ। ਹਜੂਰ ਸ਼ਹਿਨਸ਼ਾਹੀ ਨੇ ਫਰਮਾਨ ਦਿੱਤਾ, ਜੇਠੂਵਾਲ 'ਚ 9 ਹਰ ਭਗਤ ਦਵਾਰ ਬਣ ਗਏ, ਇਸੇ ਧਰਤੀ ਉੱਤੇ ਹੀ ਮਾਣ ਮਿਲੇਗਾ, ਇਸ ਹਰ ਭਗਤ ਦਵਾਰ ਦੇ ਇਰਦ ਗਿਰਦ ਬਣਨਗੇ। ਜਿਨ੍ਹਾਂ ਦੀਆਂ ਚੋਟੀਆਂ ਉੱਤੇ, ਅੱਗੇ ਹਜੂਰ ਸ਼ਹਿਨਸ਼ਾਹੀ ਦਾ ਨਾਮ ਹੈ, ਜਿਨ੍ਹਾਂ ਦੀਆਂ ਚੋਟੀਆਂ ਉੱਤੇ ਉਹ ਪਸਮ ਜਿਹੜੀ ਖਾਰ ਉਹ ਰੱਖੀ ਜਾਵੇਗੀ, ਇੱਕ ਇੱਕ ਹੱਡੀ ਉੱਤੇ ਦੇਣੀ ਟਕਾਈ, ਜੋ 9 ਦਰਬਾਰਾਂ ਦੀਆਂ ਬੁਰਜੀਆਂ ਉੱਪਰ ਬਣਨਗੀਆਂ ਮਨਾਰ 'ਤੇ, ਉਹਨਾਂ ਦੇ ਵਿੱਚ ਇੱਕ ਇੱਕ ਫੁੱਲ ਹਜੂਰ ਸ਼ਹਿਨਸ਼ਾਹ ਜੀ ਦਾ ਜੋ ਫਰਮਾਨ ਹੈ ਉਹ ਰੱਖਿਆ ਜਾਵੇਗਾ। ਇਹ ਵਸਤੂਆਂ ਸਾਂਭ ਕੇ ਰੱਖਣੀਆਂ, ਇਹ ਵਸਤੂਆਂ ਸਾਂਭ ਕੇ ਰੱਖਣੀਆਂ, ਪਿੱਛੋਂ ਸੰਸਕਾਰੀ, ਜਲ ਭੇਟ ਨਾ ਕੋਏ ਕਰਾਈਆ, 9 ਖੰਡ ਪਰਿਥਮੀ, 7 ਦੀਪ ਏਸੇ ਦੀ ਹੋਵੇ ਯਾਦਗਾਰ, ਯਾਦ ਯਾਦ ਵਿੱਚੋਂ ਸਮਝਾਈਆ, 9 ਖੰਡ ਪ੍ਰਿਥਵੀ, 7 ਦੀਪ ਸਾਰੇ ਹੀ ਪਰਮੇਸ਼ਵਰ ਦੇ
ਹੁਕਮ ਦੇ ਵਿੱਚ ਰਹਿਣਗੇ ਸਰਬ ਹਰ ਸੰਗਤ ਜੀ। ਕਿਉਂ ਰਹਿਣਗੇ? ਚਾਰ ਯੁੱਗ ਦੇ ਵਿੱਚ ਇੱਕ ਯਾਦ ਰਹੀ, ਚੌਂ ਯੁੱਗਾਂ ਦੇ ਵਿੱਚ ਸਿਰਫ ਇੱਕ ਯਾਦ ਨੂੰ ਮਾਣ ਦਿੱਤਾ, ਪਰ ਜਿਸ ਅੱਖਰ ਦੀ ਯਾਦ ਚਾਰ ਯੁੱਗ ਰਹੀ ਪੱਪਾ, ਪੂਰਨ ਪਰਮੇਸ਼ਵਰ ਬੇਪਰਵਾਹੀ। ਹਜੂਰ ਸ਼ਹਿਨशाह ਜੀ ਨੇ ਇਹ ਲਿਖਤਾਂ ਤੇ ਬਹੁਤ ਲੰਬੀਆਂ ਨੇ, 21 ਪੋਹ ਤੋਂ ਲੈ ਕੇ 26 ਪੋਹ ਤੱਕ ਹਜੂਰ ਸ਼ਹਿਨशाह ਜੀ ਨੇ ਬਹੁਤ ਮਾਣ ਦਿੱਤੇ ਨੇ ਉਹਨਾਂ 4-5 ਦਿਨਾਂ ਵਿੱਚ, ਤੇ ਮਰਜ਼ਾਦਾ ਵੀ ਬਹੁਤ ਕਾਇਮ ਕੀਤੀਆਂ। ਹਜੂਰ ਸ਼ਹਿਨशाह ਜੀ ਨੇ ਇਸ ਹਰ ਬਾਣੀ ਦੇ ਵਿੱਚ ਹੁਕਮ ਦੇ ਦਿੱਤਾ ਕਿ ਇਹ ਜੋ ਵਸਤੂਆਂ ਨੇ ਇਹ ਪਿੱਛੋਂ ਸੰਭਾਲ ਕੇ ਰੱਖ ਲੈਣੀਆਂ। ਪਰਮੇਸ਼ਵਰ ਦੀ ਮਰਜ਼ਾਦਾ ਸਦਾ ਇੱਕ ਰੂਪ ਦੇ ਵਿੱਚ ਹੁੰਦੀ ਹੈ। ਹਜੂਰ ਸ਼ਹਿਨशाह ਜੀ ਨੇ ਮਾਤਾ ਜੀ ਬਿਸ਼ਨ ਕੌਰ ਅਗੰਮੀ ਮਾਂ ਨੂੰ 28 ਪੋਹ ਸ਼ਹਿਨशाही ਸੰਮਤ 8 ਨੂੰ ਮਾਣ ਦੇ ਦਿੱਤਾ। ਹਜੂਰ ਸ਼ਹਿਨशाह ਜੀ ਨੇ ਉਸ ਸਮੇਂ ਅਜਿਹੀ ਕਿਰਪਾ ਕੀਤੀ, 28 ਪੋਹ ਦੀ ਸਵੇਰ ਨੂੰ ਹਮੇਸ਼ਾ ਇੱਕ ਵਿਹਾਰ ਹੁੰਦਾ ਹੈ ਸ਼ਾਦੀਆਂ ਦਾ, ਕਦੀ ਦੂਸਰਾ ਵਿਹਾਰ ਨਹੀਂ। ਹਜੂਰ ਸ਼ਹਿਨशाह ਜੀ ਨੇ ਉਸ ਦਿਨ 2 ਵਿਹਾਰ ਕਰਾਏ ਸ਼ਹਿਨशाही ਸੰਮਤ 8 ਵਿੱਚ। ਸ਼ਾਦੀਆਂ ਦੇ ਵਿਹਾਰ ਤੋਂ ਬਾਅਦ ਹਜੂਰ ਸ਼ਹਿਨशाह ਜੀ ਨੇ ਦੁਬਾਰਾ ਪ੍ਰਸ਼ਾਦ ਤਿਆਰ ਕਰਵਾਇਆ। ਸਮਾਂ ਤਕਰੀਬਨ 10 ਸਵਾ 10 ਦਾ। ਹਜੂਰ ਸ਼ਹਿਨशाह ਜੀ ਸਿੰਘਾਸਨ ਤੇ ਬਿਰਾਜਮਾਨ, ਹੁਕਮ ਦਿੱਤਾ ਕਿ ਮਾਤਾ ਜੀ ਬਿਸ਼ਨ ਕੌਰ ਨੂੰ ਸਿੰਘਾਸਨ ਦੇ ਅੱਗੇ ਲਿਟਾਇਆ ਜਾਵੇ। ਮਾਂ ਜੀ ਬਿਸ਼ਨ ਕੌਰ ਦੇ ਇੱਕ ਪਾਸੇ ਹਜੂਰ ਸ਼ਹਿਨशाह ਜੀ ਨੇ ਸਿੰਘਾਸਨ ਤੋਂ 7 ਰੰਗ ਦਾ ਡੰਡਾ ਚੁੱਕ ਕੇ ਇੱਕ ਪਾਸੇ ਮਾਂ ਜੀ ਬਿਸ਼ਨ ਕੌਰ ਦੇ ਰੱਖ ਦਿੱਤਾ। ਦੂਸਰੇ ਪਾਸੇ ਜੰਮੂ ਹਰ ਸੰਗਤ ਤੋਂ ਕਿੱਕਰ ਦਾ ਡੰਡਾ ਮੰਗਵਾਇਆ ਸੀ, ਉਹ ਰੱਖ ਦਿੱਤਾ। ਵਿਹਾਰ ਸ਼ੁਰੂ ਹੋਇਆ। ਉਸ ਵਿਹਾਰ ਦੇ ਵਿੱਚ ਹਜੂਰ ਸ਼ਹਿਨशाह ਜੀ ਫਰਮਾਨ ਕੀਤਾ, ਇਹ ਤੁਹਾਡੀ ਉਹ ਅਗੰਮੀ ਮਾਂ ਹੈ ਅਗੰਮੀ ਮਾਂ ਦਾ ਮਾਣ ਦੇ ਦਿੱਤਾ। ਇੱਕ ਵਿਹਾਰ ਦੇ ਵਿੱਚ ਹਜੂਰ ਸ਼ਹਿਨशाह ਜੀ ਨੇ ਸਰਬ ਹਰ ਸੰਗਤ ਨੂੰ ਹੁਕਮ ਦਿੱਤਾ, ਉਹ ਵੀ 26 ਪੋਹ ਦੀ ਰਾਤ ਹੀ ਸ਼ਹਿਨशाही ਸੰਮਤ, ਮੈਂ ਸ਼ਾਇਦ ਭੁੱਲਦੀ ਹੋਵਾਂ। ਹਜੂਰ ਸ਼ਹਿਨशाह ਜੀ ਆਪਣੇ 7 ਸਿੰਘਾਸਨ ਦੇ ਉੱਪਰ ਖੜੇ ਸੀ, ਉੱਚੀ ਬਾਂਹ ਕਰਕੇ ਉੱਪਰ ਨੂੰ। ਭਗਤਾਂ ਨੂੰ ਮੁਖਾਤਬ ਕੀਤਾ, ਸਾਰੇ ਕਹੋ ਹਾਂ ਜੀ ਇਹ ਸਾਡੀ ਮਾਂ ਜੀ। ਇਹ ਵੀ 26 ਪੋਹ ਦਾ ਹੀ ਵਿਹਾਰ ਸੀ। ਉਸ ਵੇਲੇ ਹਜੂਰ ਸ਼ਹਿਨशाह ਜੀ ਨੇ ਜਦੋਂ ਵਿਹਾਰ ਕਰਵਾਇਆ,
7 रंग का डंडा सिंघासन तो आप चुक के हजूर शहनशाह जी ने माता जी बिशन कौर कोल रखिया। 7 रंग कह मैं दो जहाना आया घुमदा। 7 रंग कह रहे कि मैं दो जहाना आया घुमदा, सचखंड सत जोत विच समाइया, खेल तक आया मालक कुल दा, जो कुल मालक बेपरवाहिया। लेखा जानिया जो फलदा फुलदा, आद जगाद जुग चौकड़ी, जिसदी वड वडियाईया, जिस दे तोल कोई नहीं तुलदा, अतुल आपे खवाईया। परमात्मा दे तोल कदी कोई तुल सकदा ही नहीं। ਉਹ ਸਤਜੁਗ ਤ੍ਰੇਤਾ ਦੁਆਪਰ ਕਲਯੁਗ ਕੀਤੇ ਕੌਲ ਕਦੇ ਨਹੀਂ ਭੁੱਲਦਾ, ਅਭੁੱਲ ਸਹਿਜ ਸੁਖਦਾਈਆ, ਜਿਸ ਦਾ ਸਤ ਧਰਮ ਦਾ ਬੂਟਾ ਕਦੇ ਨਹੀਂ ਰੁੱਲਦਾ, ਪਤ ਟਹਿਣੀ ਆ ਮਹਿਕਾਈਆ। ਪਰਮਾਤਮਾ ਕੀ ਫਰਮਾਨ ਕਰਦੇ ਨੇ ਕਿ ਉਹ ਤਾਂ ਸਤ ਧਰਮ ਦਾ ਬੂਟਾ ਕਦੀ ਮੈਂ ਰੁੱਲਣ ਨਹੀਂ ਦਿੰਦਾ, ਸਿਮਲ ਰੁੱਖ ਦੀ ਨਿਆਈ। ਉਹਦਾ ਧਰਮ ਨਿਸ਼ਾਨਾ ਚੁਲਦਾ, ਜਿਸਨੂੰ ਜਿਮੀ ਅਸਮਾਨ ਸੀਸ ਚੁਕਾਈਆ, ਉਸ ਦਾ ਸੱਚ ਦਵਾਰ ਖੁੱਲਦਾ, ਖਾਲਕ ਖਲਕ ਇੱਕ ਖਵਾਈਆ। ਜੋਤੀ ਜੋ ਸਰੂਪਾ ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰ ਸੱਚ ਦਾ ਮਾਲਕ ਦਇਆ ਕਮਾਈ। ਜਨ ਭਗਤ ਕਹਿਣ ਸਤ ਰੰਗੇ, ਤੇਰਾ ਰੂਪ ਸਤ ਪ੍ਰਭ ਸਤ ਇੱਕੋ ਵਡਿਆਈਆ, ਤੇਰਾ ਨਾਲ ਮੇਲਾ ਕਮਲਾ ਪਤ, ਜੋ ਪਤ ਪਰਮੇਸ਼ਵਰ ਸੋਭਾ ਪਾਈਆ। ਪਰਮੇਸ਼ਵਰ ਜਨ ਭਗਤਾਂ ਨੇ ਕਿਹਾ ਕਿ ਇਹ ਸਤ ਰੰਗੇ ਤੇਰਾ ਤੇ ਮੇਲ ਪਰਮੇਸ਼ਵਰ ਦੇ ਨਾਲ ਹੈ, ਜੋ ਪਤ ਪਰਮੇਸ਼ਵਰ ਸੋਭਾ ਪਾਈਆ, ਉਹਦਾ ਸਾਂਝਾ ਹੋਇਆ ਨਤ, ਇੱਥੇ ਉੱਥੇ ਦੋ ਜਹਾਨਾਂ ਖੇਲ ਖਿਲਾਈਆ। ਜਨ ਭਗਤ ਕਹਿਣ ਅਸੀਂ ਲੋਕ ਮਾਤ, ਤੇਰਾ ਵੇਖੀਏ ਸਤਕਾਰ, ਸੱਤਾਂ ਦੀਪਾਂ ਮਿਲੇ ਵਡਿਆਈਆ, ਅਸੀਂ ਡੰਡਾਵਤ ਬੰਦਨਾ ਕਰੀਏ ਨਿਮਸਕਾਰ, ਨਿਵ ਨਿਵ ਪ੍ਰਭ ਨੂੰ ਸੀਸ ਨਵਾਈਆ। ਜੋ ਜੋਤੀ ਜਾਤਾ ਪੁਰਖ ਬਦਾਤਾ ਹੋ ਉਜਿਆਰ, ਨੂਰ ਨਰਾਨਾ ਡੱਗ ਮਗਾਈਏ। ਪਰਮੇਸ਼ਰ ਕਿਹੋ ਜਿਹਾ ਪਰਮੇਸ਼ਰ, ਜੋ ਜੋਤੀ ਜਾਤਾ ਪੁਰਖ ਬਦਾਤਾ ਹੋ ਉਜਿਆਰ, ਨੂਰ ਨਰਾਨਾ ਡੱਗ ਮਗਾਈਆ, ਜਿਹੜਾ ਬੈਠਾ ਭਗਤਾਂ ਦੇ ਦਵਾਰ, ਭਗਵਨ ਹੋ ਕੇ ਸੋਭਾ ਪਾਈਆ। ਪਰਮਾਤਮਾ ਭਗਵਨ ਜਿਹੜਾ ਬੈਠਾ ਭਗਤਾਂ ਦੇ ਦਵਾਰ, ਭਗਵਨ ਹੋ ਕੇ ਸੋਭਾ ਪਾਈਆ। ਇਸ ਨੇ ਸੰਭਲ ਖੇੜਾ ਕੀਤਾ ਤਿਆਰ, ਸਾਡੇ 3 ਹੱਥ ਰੰਗ ਰੰਗਾਈਆ। ਉਸ ਤਰਨੀ ਨੂੰ ਸੱਤ ਰੰਗਿਆ, ਦੋਵਾਂ ਤਾਰਾਂ ਵਿੱਚ ਕਰਨੀ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਉਹ ਮਿੱਟੀ ਵਾਲੀ ਤੌਲ ਨਹੀਂ, ਉਹ ਬਿਸ਼ਨ ਕੌਰ ਦਾ ਸਰੀਰ ਅਪਾਰ, ਜਿਸ ਵਿੱਚ ਨਗਰ ਖੇੜਾ ਦਿੱਤਾ ਬਣਾਈਆ। ਹਜੂਰ ਸ਼ਹਿਨशाह ਜੀ ਨੇ ਫਰਮਾਨ ਕੀਤਾ ਕਿ ਮਾਤਾ ਜੀ ਬਿਸ਼ਨ ਕੌਰ ਨੂੰ ਨਮਸਕਾਰ ਕਰਨੀ। ਗੁੜ ਕਹੇ ਮਾਤਾ ਨੇ ਬੱਚਿਆਂ ਨਾਲ ਕੀਤਾ ਪਿਆਰ। ਉਸ ਵਕਤ ਜਦੋਂ ਹਰ ਭਗਤ ਦਵਾਰ ਵਿੱਚ ਮਿੱਟੀ ਦੀ ਕਾਣੀ ਬਣ ਰਹੀ ਸੀਗੀ ਲਿਪਾਈ ਵਾਸਤੇ, ਘਰ ਦੇ ਵਿੱਚੋਂ ਜਦੋਂ ਪੁਰਾਣੇ ਘਰ ਦੇ ਵਿੱਚੋਂ ਗੁੜ ਮੰਗਵਾਇਆ, ਗੁੜ ਥਾਲੀ ਦੇ ਵਿੱਚ ਹੀ ਪਿਆ ਰਿਹਾ, ਤੇ ਹਜੂਰ ਸ਼ਹਿਨशाह ਜੀ ਨੇ ਫਰਮਾਨ ਕੀਤਾ, ਗੁੜ ਕਹੇ ਮਾਤਾ ਨੇ ਬੱਚਿਆਂ ਨਾਲ ਕੀਤਾ ਪਿਆਰ। ਉਸ ਵੇਲੇ ਹੁਕਮ ਦੇਤਾ ਸਰਬ ਹਰ ਸੰਗਤ ਨੂੰ ਕਿ ਅੱਜ ਤੋਂ ਮਾਤਾ ਜੀ ਬਿਸ਼ਨ ਕੌਰ ਤੇ ਮਾਤਾ ਜੀ ਰਣਜੀਤ ਕੌਰ ਨੂੰ ਨਮਸਕਾਰ ਕਰਨੀ ਜ਼ਰੂਰੀ ਹੈ। ਹਰ ਗੁਰਸਿੱਖ ਨਮਸਤਕ ਹੋਵੇ। ਮੈਂ ਲਿਖਤ ਵਿੱਚੋਂ ਕਾਫੀ ਛੱਡ ਰਹੀ ਹਾਂ। ਇਹ ਵੇਲਾ ਉਦੋਂ ਸੁਹੰਜਣਾ ਹੁੰਦਾ ਜਦੋਂ ਨੇਕ ਕਲੰਕ ਕਲ ਕਲਕੀ ਲਏ ਅਵਤਾਰ। ਇਹ ਮਾਤ ਲੋਕ ਵਿੱਚ ਸਮਾਂ ਉਦੋਂ ਸੁਹੰਜਣਾ ਹੁੰਦਾ ਹੈ ਜਦੋਂ ਨੇਕ ਕਲੰਕ ਕਲ ਕਲਕੀ ਲਏ ਅਵਤਾਰ, ਅਮਾਮ ਮਾਮਾ ਵੇਸ ਉਟਾਈਆ।
ਮਾਤਾ ਜੀ ਬਿਸ਼ਨ ਕੌਰ ਨੇ ਭਗਤਾਂ ਦਾ ਆਧਾਰ ਕਰ ਦਿੱਤਾ। 28 ਪੋ ਕਹੇ ਅੱਜ ਸ਼ਾਦੀਆਂ ਤੇ ਖੁਸ਼ੀਆਂ ਦਾ ਵਿਹਾਰ, ਇਸ ਖੁਸ਼ੀ ਵਿੱਚ ਬਿਸ਼ਨ ਕੌਰ ਨੂੰ ਮਿਲੀ ਵਡਿਆਈ ਆ। ਮਾਂ ਜੀ ਬਿਸ਼ਨ ਕੌਰ ਨੂੰ 28 ਪੋ ਨੂੰ ਵਡਿਆਈ ਦੇਤੀ। ਇਹ ਇਸੇ ਦੇ ਬਾਗ ਦੀ ਖਿੜੀ ਗੁਲਜ਼ਾਰ, ਜਿਹੜਾ ਮਾਲੀ ਅਤੇ ਰਾਖਾ ਹੋ ਕੇ ਦੋ ਜਹਾਨ ਸੁਣਾਈ ਆ। ਬ੍ਰਹਿਮੰਡ ਖੰਡ ਪੁਰੀਆਂ ਲੋਆਂ ਜਿਮੀ ਅਸਮਾਨਾਂ ਰਹਿਣੋ ਹੁਸ਼ਿਆਰ, ਹੁਸ਼ਿਆਰੀ ਵਿੱਚ ਆਪਣੀ ਅੱਖ ਖੁਲਾਈ ਆ। ਜਦ ਆਵੇ ਆਤਮਾ ਦੀ ਤਾਰ, ਸਭ ਨੇ ਕਰਨੀ ਨਮਸਕਾਰ, ਬਿਨਾਂ ਫੁੱਲਾਂ ਤੋਂ ਪ੍ਰੇਮ ਦੇ ਪਾਉਣੇ ਹਾਰ, ਬਰਖਾ ਨਾਮ ਵਾਲੀ ਲਗਾਈ ਆ। ਬਿਨਾਂ ਬੋਲਣ ਤੋਂ ਸ਼ਬਦ ਦੀ ਹੋਵੇ ਤਨਕਾਰ, ਅਨਾਦੀ ਨਾਦ ਵਜੇ ਅਪਾਰ, ਬਿਨ ਦੀਵੇ ਬਾਤੀ ਤੋਂ ਜੋਤ ਹੋਵੇ ਉਜਿਆਰ, ਅੰਧ ਅੰਧੇਰਾ ਰਹਿਣ ਕੋਏ ਨਾ ਪਾਈਆ। ਛੋਟਾ ਬਾਲਾ ਸਿੰਘ ਮਨਜੀਤ ਬੋਲੇ ਜੈਕਾਰ, ਜਗਦੀਸ਼ ਰਾਗ ਅਲਾਹੀਆ, ਗੁਰਦਿਆਲ ਸਿੰਘ ਕਰੇ ਇਸ਼ਾਰ, ਸਰਬ ਹਰ ਸੰਗਤ ਜੀ। 5 ਪਰਵਾਨ ਹੋਏ ਤੇ 5 ਪ੍ਰਦਾਨ ਹੋਏ। ਬਾਪੂ ਜੀ ਪਾਲ ਸਿੰਘ, ਜਿਨ੍ਹਾਂ ਨੂੰ ਬ੍ਰਹਮ ਲੋਕ ਦੀ ਪਦਵੀ ਮਿਲੀ। ਸ਼ਬਦ ਸ਼ਹੀਦ ਕਾਕਾ ਜਗਦੀਸ਼ ਸਿੰਘ, ਜਿਨ੍ਹਾਂ ਨੂੰ ਇੰਦ ਲੋਕ ਦੀ ਪਦਵੀ ਮਿਲੀ। ਸ਼ਬਦ ਸ਼ਹੀਦ ਕਾਕਾ ਜਗਦੀਸ਼ ਸਿੰਘ, ਜਿਨ੍ਹਾਂ ਨੂੰ ਸ਼ਿਵ ਲੋਕ ਦੀ ਪਦਵੀ ਮਿਲੀ। ਗੁਰਸਿੱਖ ਸਵਰਨ ਸਿੰਘ ਪਿੰਡ ਕਲਸੀਆਂ, ਜਿਨ੍ਹਾਂ ਨੂੰ ਧਰੂ ਦੀ ਪਦਵੀ ਮਿਲੀ। ਗੁਰਸਿੱਖ ਗੁਰਦਿਆਲ ਸਿੰਘ ਰਾਜਾ ਬਲ ਪਿੰਡ ਨਾਥੇਵਾਲ, ਜਿਨ੍ਹਾਂ ਦਾ ਰਾਜੇ ਬਲ ਦਾ ਲੇਖ ਪੁਰਾਤਨ ਚੱਲਿਆ ਆ ਰਿਹਾ ਹੈ। ਜਗਦੀਸ਼ ਰਾਗ ਲਾਈਆ, ਗੁਰਦਿਆਲ ਸਿੰਘ ਕਰੇ ਅਸ਼ਾਰ, ਸਵਰਨ ਸਿੰਘ ਸਮਝਾਈਆ, ਚੇਤ ਸਿੰਘ ਦਾ ਸਾਚਾ ਯਾਰ, ਪਾਲ ਸਿੰਘ ਤਾੜੀ ਰਿਆ ਵਜਾਈਆ। ਅਸੀਂ ਸਾਰੇ ਖੁਸ਼ੀਆਂ ਵਿੱਚ ਹੋਏ ਖੁਸ਼ਹਾਲ, ਖੁਸ਼ੀ ਖੁਸ਼ੀ ਨਾਲ ਬਣਾਈਆ। ਉਹ ਤਾਰ ਆਵੇ, ਉਹ ਪਿਆਰ ਆਵੇ, ਜਿਸ ਸੰਸਾਰ ਵਿੱਚ ਪ੍ਰਗਟ ਕੀਤਾ ਪੂਰਨ ਲਾਲ, ਲਾਲ ਮਿਲੀ ਵਡਿਆਈਆ, ਜਿਸ ਵਿੱਚ ਵਸਿਆ ਦੀਨ ਦਿਆਲ, ਠਾਕਰ ਸੁਆਮੀ ਅਗੰਮ ਅਥਾਈਆ। ਉਹ ਸੰਭਲ ਵਿੱਚ ਬਹਿ ਕੇ ਸਭ ਦੀ ਕਰੇ ਸੰਭਾਲ, ਵੇਖਣ ਹਾਰਾ ਥਾਂ ਸਾਈਆਂ। ਸੰਭਲ, ਸੱਸਾ ਬੱਬਾ ਲੱਲਾ, ਪਰਨ ਕੀਤਾ ਪੱਪਾ ਰਾਰਾ ਨੰਨਾ, ਥੱਲੇ 2 ਦੁਲੈਂਕੜ ਲੱਗ ਗਿਆ ਕਿ ਉਹ ਮਾਲਕ ਪਰਨ ਨਿਭਾਵੇਗਾ ਤੇ ਮਹਾਰਾਜ ਦੇ ਨਾਮ ਥੱਲੇ 2 ਦੁਲੈਂਕੜ, 2 ਜਹਾਨਾਂ ਦਾ ਮਾਲਕ ਆਪ ਹੋਵੇਗਾ। ਇਸ ਕਰਕੇ ਪੱਪੇ ਦੇ ਥੱਲੇ 2। ਸੱਤ ਰੰਗ ਕਹਿਣ ਸਾਨੂੰ ਉਸੇ ਦਿੱਤਾ ਮਾਣਾ, 4 ਯੁੱਗ ਦਿੱਤੀ ਨਾ ਕਿਸੇ ਵਡਿਆਈਆ। ਇੱਕੋ ਇੱਕ ਦੇ ਹੁਕਮ ਨੂੰ ਕਰੀਏ ਪਰਵਾਨਾ, ਜੋ ਪਰਮ ਪੁਰਖ ਰਿਆ ਸੁਣਾਈਆ। 28 ਪੋ ਕਹੇ ਜਨ ਭਗਤੋ ਤੁਹਾਡੇ ਪ੍ਰੇਮ ਨਾਲ, ਬਿਸ਼ਨ ਕੌਰ ਦਾ ਹੋ ਗਿਆ ਇਸ਼ਨਾਨ, ਅੰਤ ਸਮੇਂ ਇਸ਼ਨਾਨ ਨਾ ਕੋਏ ਕਰਾਈਆ। ਮਾਂ ਜੀ ਦਾ ਅੰਤ ਸਮੇਂ ਇਸ਼ਨਾਨ ਨਹੀਂ ਕਰਾਇਆ ਗਿਆ। ਤੁਹਾਡੀ ਭਗਤੀ ਦਾ ਇਸ ਦੇ ਭੰਡਾਰੇ ਵਿੱਚੋਂ ਮਿਲ ਗਿਆ ਦਾਨ, ਇਹਦੀ ਹੱਥੀਂ ਦਾਨ ਨਾ ਕੋਏ ਕਰਾਈਆ। ਇਹਦੀ ਮੁਹੱਬਤ ਦਾ ਸਭ ਨੂੰ ਮਿਲ ਗਿਆ ਖਾਣ ਪੀਣ, ਭੁੱਖਿਆਂ ਭੁੱਖ ਨਾ ਕੋਈ ਸਮਝਾਈਆ। ਇਹਦਾ ਤਨ ਵਜੂਦ ਜਾਏਗਾ ਨਹੀਂ ਭੂਮੀ ਸ਼ਮਸ਼ਾਨ। ਮਾਂ ਜੀ ਬਿਸ਼ਨ ਕੌਰ ਦਾ ਸਰਬ ਹਰ ਸੰਗਤ ਜੀ। ਮੈਂ ਬਸ 2-4 ਅਲਫਾਜ਼ ਹੀ ਬੋਲੂੰਗੀ। ਅਕਥ ਕਹਾਣੀ ਬਣ ਗਈ। ਗ੍ਰੰਥ ਨੰਬਰ 21 ਵਿੱਚ ਲਿਖਤ, ਗੁਰਸਿੱਖ ਗੁਰਬਖਸ਼ ਸਿੰਘ ਮਹੂ ਵਾਲਿਆਂ ਦੇ ਘਰ ਵਿਹਾਰ ਹੋਇਆ। ਛੋਟਾ ਬੱਚਾ ਸੀ ਇਹਨਾਂ ਦਾ, 17-18 ਸਾਲ ਦਾ। ਉਸ ਦੀ ਮੰਗ ਸੀ ਕਿ ਜਦੋਂ ਮੈਂ ਸੰਸਾਰ 'ਚੋਂ ਜਾਵਾਂ ਤੇ ਮੈਂ ਮਾਤਾ ਜੀ ਦੇ ਨਾਲ ਹੀ ਜਾਵਾਂ। ਪਿਛਲੇ ਲੇਖ ਦੇ ਮੁਤਾਬਕ 8 ਭੈਣ ਭਰਾ ਉਦੋਂ ਵੀ ਸੇਵਾਦਾਰ ਸੀ। ਅੱਜ ਉਹਨਾਂ 'ਚੋਂ ਇੱਕ ਭੈਣ, ਜੋ ਕਿ ਇੱਥੇ ਜੇਠਵਾਲ ਹਰ ਭਗਤ ਦਵਾਰ 'ਚ ਹੀ ਰਹਿੰਦੇ ਨੇ, ਭੈਣ ਜੀ ਜੋਗਿੰਦਰ, ਉਸ ਮੰਗ ਨੂੰ ਪੂਰੀਆਂ ਕਰਨ ਵਾਸਤੇ ਹਜੂਰ ਸ਼ਹਿਨਸ਼ਾਹ ਜੀ ਨੇ ਵੀਰ ਮਨਜੀਤ ਸਿੰਘ ਮਹੂ ਵਾਲੇ, ਜਿਸ ਦੀ ਆਯੂ ਉਸ ਸਮੇਂ 17 ਸਾਲ ਦੀ ਸੀ, 17 ਸਾਢੇ 17 ਸਾਲ ਦੀ,
26 ਪੋਹ ਦਾ ਮੇਲਾ ਦੇਖਣ ਆਏ। ਹਜੂਰ ਸ਼ਹਿਨशाह ਜੀ ਨੇ ਆਪਣੇ ਚਰਨਾਂ ਦੇ ਵਿੱਚ ਹੀ ਰੱਖ ਲਿਆ। ਇਹਦਾ ਤਨ ਵਜੂਦ ਜਾਏਗਾ ਨਹੀਂ ਭੂਮੀ ਸ਼ਮਸ਼ਾਨ, ਭਗਤ ਦਵਾਰ ਦੇ ਦਰ ਵਿੱਚ ਢੇਰ ਲਗਾਈਆ, ਜਿਸ ਦਾ ਹਰ ਜਨ ਦਰਸ਼ਨ ਕਰਿਆ ਕਰਨਗੇ ਆਣ, ਆਉਂਦਿਆਂ 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 ਸੀਸ ਨਵਾਈਆ। ਮਾਤਾ ਜੀ ਬਿਸ਼ਨ ਕੌਰ ਦੀ ਸੰਸਕਾਰ ਵਾਲੀ ਜਗ੍ਹਾ ਤੇ ਆਉਂਦਿਆਂ 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 3 ਵਾਰ ਹਰ ਗੁਰਸਿੱਖ ਨੇ ਆਪਣਾ ਸੀਸ ਨਵਾਉਣਾ ਹੈ। ਕੋਈ ਮੱਠ ਨਹੀਂ ਬਣੇਗਾ, ਮੰਦਰ ਨਹੀਂ ਬਣੇਗਾ, ਨਾ ਕੋਈ ਬਣੇਗਾ ਮੁਕਾਮ, ਬੇਮੁਕਾਮ ਨਾਲ ਮਿਲ ਕੇ ਬੇਮੁਕਾਮ ਵਿੱਚ ਸਮਾਈਏ। ਇੱਕ 7 ਰੰਗ ਦਾ ਨਿਸ਼ਾਨ, ਇੱਕ 7 ਰੰਗ ਪ੍ਰਧਾਨ, ਦੋਵੇਂ ਮਿਲ ਕੇ ਵਜੇ ਵਧਾਈਆ। 7 ਰੰਗ ਸਰਬ ਹਰ ਸੰਗਤ ਜੀ। ਉਸ ਦਿਨ ਕੀ ਹੋਇਆ? ਸ਼ਾਮ ਨੂੰ 7 ਮਾਘ ਦੀ ਸ਼ਾਮ ਨੂੰ ਹਜੂਰ ਸ਼ਹਿਨशाह ਜੀ ਨੇ ਅੰਮ੍ਰਿਤਸਰ ਜਾਣ ਦੀ ਤਿਆਰੀ ਕਰ ਲਈ। ਸਮਾਂ 6, 6:30 ਦਾ। ਅੰਮ੍ਰਿਤਸਰ ਪਹੁੰਚ ਕੇ ਵੀਰ ਮਨਜੀਤ ਸਿੰਘ ਦੇ ਕੋਲ ਹਜੂਰ ਸ਼ਹਿਨशाह ਜੀ ਖੜ੍ਹ ਗਏ ਹੌਸਪੀਟਲ। ਕਹਿੰਦੇ ਮਨਜੀਤ ਅੱਜ ਅਸੀਂ ਤੈਨੂੰ ਠੀਕ ਕਰ ਦੇਣਾ, ਅੱਜ ਅਸੀਂ ਤੈਨੂੰ ਘਰ ਲੈ ਜਾਣਾ। ਉਸੇ ਹੀ ਵਾਰਡ ਦੇ ਵਿੱਚ, ਕਿਉਂਕਿ ਇੱਕ ਨਿਮਾਣੀ ਜੀ ਆਤਮਾ ਵੀ ਉਸ ਵੇਲੇ ਨਾਲ ਹੀ ਸੀ, ਉਸੇ ਹੀ ਵਾਰਡ ਵਿੱਚ ਸਾਡਾ ਵੀਰ ਗੁਰਸਿੱਖ ਹੀਰਾਨੰਦ ਪਿੰਡ ਚੰਬਲ ਤੋਂ, ਉਹ ਵੀ ਉੱਥੇ ਦਾਖਲ ਸੀ। ਹਜੂਰ ਸ਼ਹਿਨशाह ਜੀ ਜਦੋਂ ਬਰਾਂਡੇ ਵਿੱਚੋਂ ਨਿਕਲ ਕੇ ਅੱਗੇ ਚਲੇ ਗਏ, ਭਾਜੀ ਹੀਰਾਨੰਦ ਦੇ ਕੋਲ ਸਰਾਣੇ ਵਾਲੀ ਸਾਈਡ ਤੇ ਖੜੇ ਹੋ ਗਏ। ਉਸ ਵਕਤ ਵੀਰ ਹੀਰਾਨੰਦ ਨੇ ਹੱਥ ਜੋੜ ਕੇ ਕਿਹਾ ਕਿ ਸੱਚੇ ਪਾਤਸ਼ਾਹ ਜੀ, ਮੈਨੂੰ ਤੇ ਅੱਜ ਡਾਕਟਰਾਂ ਨੇ ਜਵਾਬ ਦੇਤਾ ਹੈ। ਹਜੂਰ ਸ਼ਹਿਨशाह ਜੀ ਫਰਮਾਨ ਕੀਤਾ, ਡਾਕਟਰਾਂ ਜਵਾਬ ਦਿੱਤਾ, ਮੈਂ ਤੇ ਨਹੀਂ ਜਵਾਬ ਦਿੱਤਾ। ਵੀਰ ਹੀਰਾਨੰਦ ਅੱਜ ਵੀ ਪਰਮੇਸ਼ਵਰ ਦੇ ਚਰਨਾਂ ਵਿੱਚ ਆਉਂਦੇ ਨੇ। ਕੋਈ ਗੁਰਸਿੱਖ ਉਹਨਾਂ ਕੋਲੇ ਬਚਨ ਸੁਣ ਸਕਦਾ। ਸ਼ਾਇਦ ਮੈਂ ਛੋਟੀ ਹੋਵਾਂ, 1-2 ਅਲਫਾਜ਼ ਵੱਧ ਘੱਟ ਹੋ ਸਕਦੇ ਨੇ। ਹਜੂਰ ਸ਼ਹਿਨशाह ਜੀ ਫਰਮਾਨ ਕੀਤਾ, ਮੈਂ ਤੈਨੂੰ ਜਵਾਬ ਨਹੀਂ ਦਿੱਤਾ। ਪਰਮੇਸ਼ਵਰ ਸਭ ਕੁਝ ਕਰਨੀ ਦਾ ਕਰਤਾ ਹੈ ਤੇ ਪਰਮੇਸ਼ਵਰ ਕਰਦਾ ਹੈ, ਇਸ ਦੇ ਵਿੱਚ ਕੋਈ ਸ਼ੱਕ ਨਹੀਂ। ਸ਼ਹਿਨशाह ਜੀ ਫਰਮਾਨ ਕੀਤਾ ਕਿ ਜੋ ਮੈਂ ਚਾਹਾਂ ਸੋ ਮੈਂ ਕਰਦਾ ਹਾਂ, ਕਿਉਂਕਿ ਮੈਂ ਸਮਰੱਥ ਹਾਂ। ਤੁਸੀਂ ਮੇਰੀ ਕਰਨੀ ਦੇ ਦਲਾਲ ਕਰਤਾ, ਤੁਹਾਨੂੰ ਦੇ ਵਡਿਆਈ ਹੈ। ਉਸ ਵਕਤ ਵੀਰ ਮਨਜੀਤ ਸਿੰਘ ਉਸੇ ਰਾਤ ਹੀ ਪਰਮੇਸ਼ਰ ਦੇ ਚਰਨਾਂ ਵਿੱਚ ਚਲੇ ਗਏ। ਜਦੋਂ ਹੌਸਪੀਟਲ ਤੋਂ 8:30 ਪੌਣੇ 9 ਵਜੇ ਘਰ ਆ ਗਏ, ਮਾਂ ਜੀ ਆਪਣੇ ਕਮਰੇ ਦੇ ਵਿੱਚ ਸੀ। ਉਸ ਵਕਤ ਸਾਰੇ ਜਾਣੇ ਮਾਂ ਜੀ ਦੇ ਕੋਲ ਸੀ। ਹਜੂਰ ਸ਼ਹਿਨशाह ਜੀ ਉੱਥੇ ਖੜ੍ਹ ਗਏ। ਕੁਝ ਸਮੇਂ ਬਾਅਦ ਮਾਤਾ ਜੀ ਬਿਸ਼ਨ ਕੌਰ ਨੂੰ ਵੀ ਆਪਣੇ ਚਰਨਾਂ 'ਚ ਲੈ ਗਏ। 7 ਮਾਘ ਦੀ ਰਾਤ ਨੂੰ ਹੀ ਮਾਤਾ ਜੀ ਬਿਸ਼ਨ ਕੌਰ ਨੂੰ ਆਪਣੇ ਚਰਨਾਂ 'ਚ ਖੜਨਾ, 7 ਮਾਘ ਦੀ ਰਾਤ ਨੂੰ ਹੀ ਵੀਰ ਮਨਜੀਤ ਨੂੰ ਆਪਣੇ ਚਰਨਾਂ 'ਚ ਖੜਨਾ, 9 ਮਾਘ ਨੂੰ ਦੁਪਹਿਰ ਦੇ ਸਮੇਂ ਉਹ ਵਿਹਾਰ ਹੋਇਆ ਜੋ ਸੱਤ ਤੇ ਸੱਚ ਦਾ ਹੈ। ਠੀਕ ਹਰ ਭਗਤ ਦਵਾਰ ਦੇ ਦਰਵਾਜ਼ੇ ਤੋਂ 9 ਕਦਮ ਅੱਗੇ ਆ ਕੇ ਹਜੂਰ ਸ਼ਹਿਨशाह ਜੀ ਨੇ ਨੌ ਮਾਘ ਨੂੰ ਵਿਹਾਰ ਕੀਤਾ। ਇੱਕੋ ਹੀ ਚਿਖਾ ਬਣਾਈ ਗਈ। ਹਮੇਸ਼ਾ ਆਮ ਜੋ ਆਪਾਂ ਦੇਖਦੇ ਹਾਂ, ਹਜੂਰ ਸ਼ਹਿਨशाह ਜੀ ਨੇ
ਚਿਖਾ ਵਿੱਚ ਮਾਣ ਦੇਣ ਵਾਸਤੇ ਮਾਂ ਜੀ ਬਿਸ਼ਨ ਕੌਰ ਦਾ ਸੀਸ ਦੱਖਣ ਦਿਸ਼ਾ ਨੂੰ ਕਰ ਲਿਆ। ਹਜੂਰ ਸ਼ਹਿਨशाह ਜੀ ਨੇ ਆਪਣੇ ਪਵਿੱਤਰ ਹਸਤ ਕਮਲਾਂ ਨਾਲ ਚਾਂਦੀ ਦਾ ਚੌਰ ਆਪ ਕੀਤਾ। ਹਜੂਰ ਸ਼ਹਿਨशाह ਜੀ ਨੇ ਉਸ ਵੇਲੇ ਚਿੱਟੀ ਦਸਤਾਰ ਤੇ ਬਰਾਊਨ ਐਕਚਨ ਪਹਿਨੀ ਹੋਈ ਸੀ। ਹਜੂਰ ਸ਼ਹਿਨशाह ਜੀ ਆਪ ਚੌਰ ਕਰਦੇ ਰਹੇ। ਕਿਉਂਕਿ ਪਰਮਾਤਮਾ ਨੇ ਇੱਕ ਮਾਣ ਦੇਣਾ ਅਗਮਤਾ ਦੇ ਰੂਪ ਵਿੱਚ ਤੇ ਜੇਕਰ ਹਰ ਭਗਤ ਦਵਾਰ ਦੇ ਦਰ ਦੇ ਵਿੱਚ ਇਹ ਮਾਣ ਦੇ ਦਿੱਤਾ, ਕਿਉਂ ਦਿੱਤਾ? ਜਿਹੜੇ ਗੁਰਸਿੱਖ ਜਾਂ ਭੈਣਾਂ ਉਸ ਸਮੇਂ ਦੀਆਂ ਨੇ ਉਹਨਾਂ ਨੂੰ ਪਤਾ ਹੋਵੇਗਾ, ਚਾਹੇ ਕੋਈ ਬੱਚਾ ਛੋਟਾ ਚਾਹੇ ਵੱਡਾ ਬਜ਼ੁਰਗ, ਮਾਂ ਜੀ ਹਮੇਸ਼ਾ ਦੋ ਹੱਥਾਂ ਦਾ ਪਿਆਰ ਦਿੰਦੇ ਸੀ। ਜਦੋਂ ਕਿਸੇ ਗੁਰਸਿੱਖ ਨੇ ਨਮਸਕਾਰ ਕਰਨੀ, ਮਾਂ ਜੀ ਨੇ ਦੋ ਹੱਥਾਂ ਦਾ ਪਿਆਰ ਦੇਣਾ। ਉਸ ਪਿਆਰ ਨੂੰ ਸਰਬ ਹਰ ਸੰਗਤ ਨੂੰ ਅੱਜ ਵੀ ਦੇਣ ਵਾਸਤੇ ਹਜੂਰ ਸ਼ਹਿਨशाह ਜੀ ਨੇ ਹਰ ਭਗਤ ਦਵਾਰ ਦੇ ਵਿੱਚ ਹੀ ਅੰਤਮ ਵਿਹਾਰ ਕਰਵਾਇਆ ਕਿ ਗੁਰਸਿੱਖੋ, ਜਦੋਂ ਤੁਸੀਂ ਆਉਂਦਿਆਂ ਆਉਂਦਿਆਂ 3 ਵਾਰ ਨਮਸਕਾਰ ਕਰੋਗੇ, ਤੁਹਾਨੂੰ ਦੋ ਹੱਥਾਂ ਦਾ ਮਿਲਿਆ ਕਰੇਗਾ ਪਿਆਰਾ, ਤੁਹਾਨੂੰ ਦੋ ਹੱਥਾਂ ਦਾ ਪਿਆਰ ਮਿਲਿਆ ਕਰੇਗਾ। 28 ਪੋਹ ਨੂੰ ਵਿਹਾਰ ਤੋਂ ਬਾਅਦ ਹਜੂਰ ਸ਼ਹਿਨशाह ਜੀ ਨੇ ਬਾਜੀ ਸੁਰਜੀਤ ਦੇ ਘਰ ਵਾਲੀ ਉਹ ਜਗ੍ਹਾ, ਉੱਥੇ ਅਗੰਮੀ ਮਾਂ ਬਿਸ਼ਨ ਕੌਰ ਮਾਂ ਜੀ ਦਾ ਮੰਜਾ ਢਾ ਕੇ ਸਰਬ ਹਰ ਸੰਗਤ ਨੂੰ ਹੁਕਮ ਦਿੱਤਾ, ਕੋਈ ਗੁਰਸਿੱਖ ਅੱਜ ਇਸ ਪਿਆਰ ਤੋਂ ਵਾਂਝਾ ਨਾ ਰਹਿ ਜਾਵੇ। ਲਾਈਨਾਂ ਦੇ ਵਿੱਚ ਹਰ ਗੁਰਸਿੱਖ ਆਉਂਦਾ, ਗੁਰਸਿੱਖ ਨਮਸਕਾਰ ਕਰਦਾ ਤੇ ਮਾਂ ਜੀ ਦੋ ਹੱਥਾਂ ਦੇ ਨਾਲ, ਕਮਜ਼ੋਰ ਕਾਫੀ ਹੋ ਚੁੱਕੇ ਸੀ, ਦੋ ਹੱਥ ਜਿਹੜੇ ਸੀ ਉਹਨਾਂ ਨੂੰ, ਤੇ ਫਿਰ ਵੀ ਹਰ ਗੁਰਸਿੱਖ ਦੇ ਸਿਰ ਦੇ ਉੱਪਰ ਦੋ ਹੱਥਾਂ ਦਾ ਪਿਆਰ ਉਸ ਵਕਤ ਦਿੱਤਾ। ਉਸ ਮਰਜ਼ਾਦਾ ਨੂੰ ਕਾਇਮ ਰੱਖਣ ਵਾਸਤੇ ਹੀ ਹਰ ਭਗਤ ਦਵਾਰ ਦੇ ਦਰ ਦੇ ਵਿੱਚ ਅਜਿਹੀ ਮਰਜ਼ਾਦਾ ਦੇ ਵਿੱਚ ਸੰਸਕਾਰ ਕੀਤਾ। ਕਿਉਂਕਿ ਲੇਖ ਬਹੁਤ ਲੰਬਾ ਹੈ, 9 ਮਾਘ 12 ਮਾਘ, ਕਿ ਕਿਸ ਤਰ੍ਹਾਂ ਹਜੂਰ ਸ਼ਹਿਨशाह ਜੀ ਨੇ 21 ਮੁੱਠਾਂ ਰਾਖ ਭੂਆ ਜੀ ਗੁਰਦੀਪ ਕੌਰ ਰੱਜੋਵਾਲ ਵਾਲਿਆਂ ਦੀ ਝੋਲੀ ਦੇ ਵਿੱਚ ਪਾ ਕੇ ਨਹਿਰ ਦੇ ਵਿੱਚ ਉਹ ਮਾਣ ਦੇ ਦਿੱਤਾ। ਹੀਰਾ ਕਾਠ ਦੇ ਵਿੱਚ ਕਿਸ ਤਰ੍ਹਾਂ ਸਾਰਿਆਂ ਕੋਲੋਂ ਇੱਕ, ਜਿੰਨੇ ਵੀ ਹਰ ਭਗਤ ਦਵਾਰ ਦੇ ਨਿਵਾਸੀ ਸੀ, ਉਸ ਰਾਖ ਨੂੰ ਸਾਰਿਆਂ ਨੇ ਆਪਣੀ ਇੱਕ ਇੱਕ ਉਂਗਲ ਲਗਾਈ। ਇਸ ਵਿਹਾਰ ਵਿੱਚ ਵੀਰ ਅਮਰਜੀਤ ਸਿੰਘ ਤੇ ਵੀਰ ਸਰਜੀਤ ਸਿੰਘ ਨੂੰ ਵੀ ਬਹੁਤ ਮਾਣ ਦਿੱਤਾ। ਕਿਸ ਤਰ੍ਹਾਂ ਵੀਰ ਹਰਭਜਨ ਸਿੰਘ ਮਿਸਤਰੀ ਹਰ ਭਗਤ ਦਵਾਰ ਦੇ ਬਾਹਰਲੇ ਦਰਵਾਜ਼ੇ ਨੂੰ ਮੌਲੀ ਦਾ ਤੰਦ ਬੱਧਾ। ਪਰਮੇਸ਼ਵਰ ਦੇ ਹੁਕਮ ਤੋਂ ਬਗੈਰ ਕੋਈ ਗੱਲ ਹੋ ਸਕਦੀ ਨਹੀਂ ਸੀ। ਪਰਮੇਸ਼ਵਰ ਨੇ ਮਾਣ ਦਿੱਤਾ। ਅਜਿਹੇ ਵਿਹਾਰ ਹੋਏ ਜਿਨ੍ਹਾਂ ਨੂੰ ਕਦੀ ਅੱਖਾਂ ਤੋਂ ਓਲੇ ਨਹੀਂ ਕੀਤਾ ਜਾ ਸਕਦਾ। ਹਜੂਰ ਸ਼ਹਿਨशाह ਜੀ ਨੇ ਜੇਠੂਵਾਲ ਦੇ ਵਿੱਚ ਆਪਣਾ ਵਾਸ ਕਰਕੇ ਆਪਣੇ ਉਸ ਦਵਾਰ ਨੂੰ ਮਾਣ ਦੇ ਦਿੱਤਾ। ਜਿੱਥੇ ਕਿ ਹਰ ਭਗਤ ਦਵਾਰ ਵਿੱਚ 8 ਪੈਰ ਇੱਕੋ ਹੀ ਨਾਦ ਸ਼ਬਦ ਧੁਨ ਦਾ ਉਹ ਟੋਲਾ ਹੈ ਜਿਸ ਨੂੰ ਅੱਜ ਸੁਣਨ ਦੀ ਜ਼ਰੂਰਤ ਹੈ। ਹਜੂਰ ਸ਼ਹਿਨशाह ਜੀ ਨੇ ਹੁਕਮ ਦੇ ਦਿੱਤਾ,
ਇਹ ਹਰ ਭਗਤ ਦਵਾਰ ਜਿਸ ਨੂੰ ਮੈਂ ਆਪ ਸਿਰਜਿਆ ਹੈ, ਭਗਤ ਦਵਾਰੇ ਦਾ ਮਾਲਕ ਤੁਹਾਡੀ ਕਰੇਗਾ ਸੰਭਾਲ, ਸੰਭਲ ਬਹਿ ਕੇ ਆਪਣਾ ਹੁਕਮ ਵਰਤਾਈਆ। ਸਭ ਦੀ ਸੰਭਾਲ ਭਗਤ ਦਵਾਰੇ ਦੇ ਮਾਲਕ ਨੇ ਆਪ ਕੀਤੀ ਤੇ ਆਪ ਕਰਨੀ ਹੈ। ਬਿਨਾਂ ਪਰਮੇਸ਼ਵਰ ਤੋਂ ਕੋਈ ਸਾਡੀ ਸੰਭਾਲ ਕਰ ਸਕਦਾ ਨਹੀਂ। ਉਸ ਸੰਭਾਲ ਦੇ ਵਿੱਚ ਇੱਕ ਪਰਮੇਸ਼ਵਰ ਨੇ ਜ਼ਿੰਮੇਵਾਰੀ ਵੀ ਲੈ ਲਈ ਕਿ ਗੁਰਮੁਖੋ ਮੈਂ ਤੁਹਾਡਾ ਜ਼ਿੰਮੇਵਾਰ ਹਾਂ। ਕੋਟਾਂ ਵਿੱਚੋਂ ਜਿਨ੍ਹਾਂ ਨੂੰ ਪ੍ਰਭ ਆਪਣੇ ਪਿਆਰ ਦੀ ਅੰਦਰੋਂ ਦੇਵੇ ਲਾਲੀ, ਉਹ ਲਾਲ ਅਨਮੁੱਲੇ ਸੋਭਾ ਪਾਈਆ। ਅਨਮੁੱਲੇ ਲਾਲ ਸੋਭਾ ਪਾਏ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਆਪਣੇ ਨਾਮ ਦੀ ਲਾਲੀ ਦੇ ਦਿੱਤੀ। ਉਸ ਨਾਮ ਦੀ ਲਾਲੀ ਵਿੱਚ ਹਜ਼ੂਰ ਸ਼ਹਿਨਸ਼ਾਹ ਜੀ ਨੇ ਤੁਹਾਨੂੰ ਆਪਣਾ ਬਣਾ ਲਿਆ। ਸਤਿਗੁਰ ਸ਼ਬਦ ਕਹੇ ਜਨ ਭਗਤੋ, ਭਗਤਾਂ ਨੂੰ ਸਾਖਾਤ ਪ੍ਰਭ ਮਿਲਿਆ ਨਹੀਂ ਬੈਠਾ ਉੱਤੇ ਪਲੰਗ। ਸਤਯੁਗ ਤ੍ਰੇਤਾ ਦੁਆਪਰ ਕਲਯੁਗ ਪੂਰਬ ਰਿਆ ਜਨਾਈਆ। ਇਸ ਤੋਂ ਪਹਿਲਾਂ ਕਦੀ ਇਹੋ ਜਿਹੀ ਖੇਲ ਹੋਈ ਹੀ ਨਹੀਂ ਸੀ। ਇਹ ਖੇਲ ਉਦੋਂ ਹੁੰਦੀ ਹੈ ਜਦੋਂ ਖੁਦ ਪਰਮਾਤਮਾ ਮਾਤ ਲੋਕ ਵਿੱਚ ਆ ਕੇ ਆਪਣੀ ਖੇਲ ਆਪ ਕਰਦੇ ਨੇ। ਉਸ ਖੇਲ ਦੇ ਵਿੱਚ ਇੱਕ ਅਜਿਹਾ ਰੂਪ ਹੁੰਦਾ ਹੈ ਕਿ ਗੁਰਮੁਖੋ ਜਿਸ ਵੇਲੇ ਪੰਜਾਂ ਜੈਕਾਰਿਆਂ ਵਿੱਚ ਮਾਰੋ ਆਵਾਜ਼, ਅੰਦਰ ਹੋ ਕੇ ਹੋਵਾਂ ਸਹਾਈਆ। ਜੀਂਦਿਆਂ ਜਗ ਲਓ ਜੀਤ, ਮਰਿਆਂ ਤੋਂ ਬਾਅਦ ਮਰਨ ਦੀ ਲੋੜ ਰਹੇ ਨਾ ਰਾਈਆ। ਜੀਂਦਿਆਂ ਜਗ ਜਿੱਤਣਾ, ਤੇਰਾ ਦਰਸ ਕੀਤਿਆਂ ਦੀਨ ਦੁਨੀ ਤਰ ਜਾਵੇ, ਮਾਲਾ ਮਣਕੇ ਦੀ ਲੋੜ ਰਹੇ ਨਾ ਰਾਈਆ। ਦਰਸ ਅੰਦਰ ਹੀ ਦਰਸ ਹੈ, ਦਰਸ ਅੰਦਰ ਹੀ ਦਰਸ਼ਨ ਹੈ, ਦਰਸ਼ਨ ਦੇ ਅੰਦਰ ਹੀ ਦੀਦਾਰ ਹੈ, ਦੀਦਾਰ ਦੇ ਅੰਦਰ ਹੀ ਹਾਜ਼ਰ ਹਜ਼ੂਰ ਹੈ। ਇਸ ਦੇ ਨਾਲ ਹੀ ਮੈਂ ਪਰਮੇਸ਼ਵਰ ਦੇ ਚਰਨਾਂ ਪਾਸੋਂ ਆਵਾਂਗੀ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰਗ ਮਹਾਰਾਜ ਸ਼ੇਰ ਵਿਸ਼ਨੂੰ ਭਗਵਾਨ ਦੀ ਜੈ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਬਹੁਤ ਬਹੁਤ ਧੰਨਵਾਦ ਸਾਡੇ ਮਾਨਯੋਗ ਭੈਣ ਜੀ ਦਾ। ਹਰਸੰਗਤ ਜੀਓ, ਮੇਰੀ ਭੈਣ ਨੇ ਨਾਮ ਬੜੀ ਚਿਰ ਦਾ ਇਹਦਾ ਆਇਆ ਹੋਇਆ ਪਰ ਥੋੜ੍ਹਾ ਮਿਸ ਹੋ ਗਿਆ। 10 ਮਿੰਟ ਵਾਸਤੇ ਮੈਂ ਭੈਣ ਨੂੰ ਬੇਨਤੀ ਕਰਾਂਗਾ, ਅਮਨਦੀਪ ਕੌਰ, ਇਹ ਆਪ ਜੀ ਦੇ ਨਾਲ ਕੋਈ ਬਹੁਤ ਜ਼ਰੂਰੀ ਲੇਖ ਹੈ ਉਹ ਸਾਂਝਾ ਕਰਨਾ ਹੈ। ਉਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਵੀਰ ਔਜਲਾ ਜੀ ਹਰਬਾਣੀ ਗ੍ਰੰਥ ਤੋਂ ਆਪ ਜੀ ਦੇ ਨਾਲ ਸਾਂਝੀ ਕਰਨਗੇ। ਅਮਨਦੀਪ ਕੌਰ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰਗ
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸਰਬ ਹਰ ਸੰਗਤ ਨੂੰ 26 ਪੋਹ ਦੀ ਲੱਖ ਲੱਖ ਵਧਾਈ ਹੋਵੇ ਜੀ। ਬਾਪੂ ਜੀ ਦਾ ਹੁਕਮ ਹੋਇਆ ਹੈ ਕਿ ਇਹ ਲੇਖ ਹਰ ਸੰਗਤ ਨਾਲ ਸਾਂਝਾ ਕੀਤਾ ਜਾਵੇ। ਗੁਰਸਿੱਖ ਬੀਬੀ ਚਰਨੀ ਜੀ ਜੋ ਸੱਚੇ ਪਾਤਸ਼ਾਹ ਜੀ ਵਾਸਤੇ ਲੰਗਰ ਪ੍ਰਸ਼ਾਦ ਤਿਆਰ ਕਰਦੇ ਸੀ, ਉਹਨਾਂ ਦੀ ਬੇਟੀ ਨੇ ਇਹ ਲੇਖ ਲਿਖਵਾਇਆ ਹੈ ਜੀ। ਹਰ ਸੰਗਤ ਨਾਲ ਸਾਂਝਾ ਕਰਨ ਜਾ ਰਹੀ ਹਾਂ, ਧਿਆਨ ਨਾਲ ਸੁਣਨਾ। ਗੱਲ ਉਸ ਵਕਤ ਦੀ ਹੈ ਜਦੋਂ ਮਹਾਰਾਜ ਸ਼ੇਰ ਸਿੰਘ ਜੀ ਦੇ ਸੰਸਕਾਰ ਤੋਂ ਬਾਅਦ ਸੰਗਤਾਂ ਘਰੋਂ ਘਰੀ ਚਲੀਆਂ ਗਈਆਂ ਸਨ। ਕੁਝ ਸਮੇਂ ਬਾਅਦ ਰੌਲੇ ਪੈ ਗਏ, ਪਾਕਿਸਤਾਨ ਅਤੇ ਭਾਰਤ ਦੀ ਵੰਡ ਹੋ ਗਈ। ਸਿੱਖ ਚੇਤ ਸਿੰਘ ਕਲਸੀਆਂ ਵਾਲੇ ਤੇ ਉਹਨਾਂ ਦੇ ਭਰਾ ਮੋਹਨ ਸਿੰਘ ਕਲਸੀਆਂ ਵਾਲੇ ਦੋ ਗੱਡਾਂ ਲੈ ਕੇ ਘਵਿੰਡ ਗਏ ਤੇ ਮਹਾਰਾਜ ਸ਼ੇਰ ਸਿੰਘ ਦੇ ਪਰਿਵਾਰ ਨੂੰ ਕਲਸੀਆਂ ਲੈ ਆਏ। ਜੋ ਮਹਾਰਾਜ ਸ਼ੇਰ ਸਿੰਘ ਦੇ ਫੁੱਲ ਸਨ ਉਹ ਘਵਿੰਡ ਉੱਥੇ ਘਰ ਵਿੱਚ ਅਲਮਾਰੀ ਵਿੱਚ ਰੱਖ ਆਏ ਅਤੇ ਉੱਥੇ ਜੋ ਪਰਿਵਾਰ ਆਇਆ ਸੀ ਉਹਨਾਂ ਨੂੰ ਦੱਸ ਆਏ ਕਿ ਅਸੀਂ ਇਹ ਫੁੱਲ ਬਾਅਦ ਵਿੱਚ ਲੈ ਜਾਵਾਂਗੇ, ਤੁਸੀਂ ਇਸ ਨੂੰ ਛੇੜਨਾ ਨਹੀਂ। ਮਹਾਰਾਜ ਪੂਰਨ ਸਿੰਘ ਜੀ ਵਿੱਚ ਜਦੋਂ ਜੋਤ ਪ੍ਰਗਟ ਹੋਈ ਤੇ ਉਹਨਾਂ ਨੇ ਕਰਤਾਰ ਸਿੰਘ ਭੋਜੀਆਂ ਵਾਲੇ ਨੂੰ ਹੁਕਮ ਦਿੱਤਾ ਕਿ ਜਾਓ ਕਰਤਾਰ ਸਿੰਘ, ਤੁਸੀਂ ਘਵਿੰਡ ਤੋਂ ਮਹਾਰਾਜ ਸ਼ੇਰ ਸਿੰਘ ਦੇ ਫੁੱਲ ਲਿਆ ਕੇ ਕਲਸੀਆਂ ਛੱਡ ਆਓ। ਕਰਤਾਰ ਸਿੰਘ ਫੁੱਲ ਲਿਆ ਕੇ ਕਲਸੀਆਂ ਛੱਡ ਆਇਆ ਤੇ ਆ ਕੇ ਮਹਾਰਾਜ ਪੂਰਨ ਸਿੰਘ ਜੀ ਨੂੰ ਦੱਸ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਲਸੀਆਂ ਚਿੱਠੀ ਪਾਈ ਕਿ ਤੇਜਾ ਸਿੰਘ ਤੁਸੀਂ ਮਹਾਰਾਜ ਦੇ ਫੁੱਲਾਂ ਦਾ ਕੁਝ ਨਹੀਂ ਕਰਨਾ, ਅਸੀਂ ਆਪ ਦੱਸਾਂਗੇ। ਤੇਜਾ ਸਿੰਘ ਪੁੱਚਰ ਦਾ ਗੁਰਸਿੱਖ ਸੀ ਜੋ ਕਲਸੀਆਂ ਪਰਿਵਾਰ ਦੇ ਨਾਲ ਰਹਿੰਦਾ ਸੀ। ਤੇਜਾ ਸਿੰਘ ਨੇ ਮਹਾਰਾਜ ਪੂਰਨ ਸਿੰਘ ਦੀ ਗੱਲ ਨਾ ਮੰਨੀ। ਉਸਨੇ ਮਹਾਰਾਜ ਦੇ ਫੁੱਲ ਮਹਾਰਾਜ ਦੇ ਖੇਤ ਵਿੱਚ ਕਬਰ ਦੀ ਤਰ੍ਹਾਂ ਬਣਾ ਕੇ ਉਸ ਵਿੱਚ ਫੁੱਲ ਰੱਖ ਦਿੱਤੇ। ਜਦੋਂ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਤਾਂ ਪਾਤਸ਼ਾਹ ਜੀ ਬਹੁਤ ਗੁੱਸਾ ਹੋ ਗਏ ਕਿ ਤੇਜਾ ਸਿੰਘ ਤੁਸੀਂ ਗਲਤੀ ਕੀਤੀ ਹੈ। ਅਗਰ ਕੋਈ ਇੱਟ ਉਖੜ ਗਈ ਤਾਂ ਲੋਕੀ ਕਹਿਣਗੇ ਮਹਾਰਾਜ ਉਖੜਿਆ ਫਿਰਦਾ ਹੈ, ਪੰਛੀ ਬਿੱਠਾਂ ਕਰਨਗੇ ਤੇ ਬੇਅਦਬੀ ਹੋਵੇਗੀ। ਭੁੱਲ ਕੇ ਵੀ ਉਂਗਲ ਕਲੀ ਦੇ ਵਿੱਚ ਭਿਉਂ ਕੇ ਚਿੱਟਾ ਨਾ ਕਰ ਦੇਣਾ। ਅਸੀਂ ਦੁਨੀਆ ਉੱਤੇ ਹਨੇਰਾ ਵਰਤਾਉਣਾ ਹੈ। ਇਸ ਤਰ੍ਹਾਂ ਤੇਜਾ ਸਿੰਘ ਨੇ ਸੱਚੇ ਪਾਤਸ਼ਾਹ ਜੀ ਦਾ ਵਚਨ ਨਾ ਮੰਨਿਆ। ਜਦੋਂ ਬੁੱਗੇ ਪਿੰਡ ਮਹਾਰਾਜ ਸ਼ੇਰ ਸਿੰਘ ਜੀ ਨੇ ਜਦੋਂ ਬੁੱਗੇ ਪਿੰਡ ਮਹਾਰਾਜ ਜੀ ਨੇ ਲਕੀਰ ਮਾਰੀ ਸੀ ਤੇ ਕਿਹਾ ਸੀ ਜਿਸ ਨੇ ਬੰਦੇ ਦੀ ਮਨੌਤ ਕਰਨੀ ਹੈ ਉਹ ਬੁੱਗੇ ਹੀ ਰਹਿ ਜਾਵੇ, ਤਾਂ ਜਿਸ ਨੇ ਪਾਰ ਬ੍ਰਹਮ ਨੇਕ ਲੰਕ ਅਵਤਾਰ ਦੀ ਮਨੌਤ ਕਰਨੀ ਹੈ ਉਹ ਸਾਡੇ ਨਾਲ ਜੇਠੂਵਾਲ ਆ ਜਾਵੇ। ਤਾਂ ਸਾਰੀ ਸੰਗਤ ਜੇਠੂਵਾਲ ਆ ਗਈ ਸੀ। ਇੱਕ ਹੀ ਘਰ ਬੁੱਗੇ ਰਹਿ ਗਿਆ ਸੀ ਅਤੇ ਜਿਸ ਪਲੰਘ ਉੱਪਰ ਬਾਬਾ ਸੂਰਤਾ ਸਿੰਘ ਬੈਠਾ ਸੀ
ਉਹ ਪਲੰਗ ਮਹਾਰਾਜ ਸ਼ੇਰ ਸਿੰਘ ਦਾ ਸੀ। ਜਦੋਂ ਸੰਨ 1971 ਦੇ ਰੌਲੇ ਪਏ ਸੀ ਤਾਂ ਮਹਾਰਾਜ ਪੂਰਨ ਸਿੰਘ ਜੀ ਕਲਸੀਆਂ ਤੋਂ ਸਾਰੀ ਸੰਗਤ ਕਲਸੀਆਂ ਵਾਲੀ ਜੇਠੂਵਾਲ ਲੈ ਕੇ ਆਏ ਸੀ। ਉਸ ਟਾਈਮ ਜੋ ਸਮਾਨ ਮਾਲ ਡੰਗਰ ਨਾਲ ਲੈ ਕੇ ਆਏ ਉਸ ਵਿੱਚ ਮਹਾਰਾਜ ਵਾਲਾ ਪਲੰਗ ਵੀ ਜੇਠੂਵਾਲ ਆਇਆ ਸੀ। ਸੱਚੇ ਪਾਤਸ਼ਾਹ ਜੀ ਨੇ 2 ਸਿੱਖਾਂ ਦਾ ਵਿਆਹ ਆਪ ਕਰਵਾਇਆ ਸੀ। ਜੋ ਦਲੀਪ ਸਿੰਘ ਸੀ ਉਹ ਖੇਤ ਵਿੱਚ ਕੰਮ ਕਰਦਾ ਸੀ ਔਰ ਜੋ ਰਤਨ ਸਿੰਘ ਬਾਊ ਉਹ ਮਾਲ ਡੰਗਰ ਦੀ ਸੇਵਾ ਕਰਦਾ ਸੀ। ਰਤਨ ਸਿੰਘ ਦੇ ਵਿਆਹ ਤੋਂ ਬਾਅਦ ਜੋ ਪਲੰਗ ਮਹਾਰਾਜ ਸ਼ੇਰ ਸਿੰਘ ਦਾ ਸੀ ਉਹ ਰਤਨ ਸਿੰਘ ਨੂੰ ਦੇ ਦਿੱਤਾ। ਕੁਝ ਸਿੱਖਾਂ ਨੇ ਪਾਤਸ਼ਾਹ ਜੀ ਨੂੰ ਕਿਹਾ ਕਿ ਪਿਤਾ ਜੀ ਇਹ ਪਲੰਗ ਤਾਂ ਮਹਾਰਾਜ ਸ਼ੇਰ ਸਿੰਘ ਦਾ ਹੈ ਤੇ ਤੁਸੀਂ ਰਤਨ ਸਿੰਘ ਨੂੰ ਦੇ ਦਿੱਤਾ। ਸੱਚੇ ਪਿਤਾ ਜੀ ਨੇ ਕਿਹਾ ਕਿ ਇਹ ਹੁਣ ਪਲੰਗ ਨਹੀਂ ਰਿਹਾ, ਇਹ ਇੱਕ ਦੁਨਿਆਵੀ ਮੰਜਾ ਬਣ ਗਿਆ ਹੈ। ਜੋ ਪਾਲ ਸਿੰਘ ਲਲੀਆਂ ਵਾਲੇ ਸਨ ਉਹਨਾਂ ਦੀ ਇੱਕ ਬੇਟੀ ਸੀ ਜਿਸ ਦਾ ਨਾਮ ਗੁਰਦੇਵ ਕੌਰ ਸੀ ਤੇ ਇਹ ਗੁਰਦੇਵ ਕੌਰ ਦਰਸ਼ਨ ਸਿੰਘ ਲਿਖਾਰੀ ਦਿੱਲੀ ਵਾਲੇ ਦੇ ਭੈਣ ਸਨ। ਉਹਨਾਂ ਦੀ ਉਮਰ 25 ਤੋਂ 27 ਸਾਲ ਦੀ ਸੀ ਜਦੋਂ ਪਾਲ ਸਿੰਘ ਲਲੀਆਂ ਵਾਲੇ ਮਹਾਰਾਜ ਸ਼ੇਰ ਸਿੰਘ ਦੇ ਚਰਨੀ ਲੱਗੇ ਸਨ। ਉਹਨਾਂ ਨੇ ਆਪਣੀ ਬੇਟੀ ਦਾ ਕਿਤੇ ਹੋਰ ਰਿਸ਼ਤਾ ਕੀਤਾ ਸੀ ਪਰ ਬਿਮਾਰ ਰਹਿਣ ਕਾਰਨ ਰਿਸ਼ਤਾ ਛੁੱਟ ਗਿਆ ਸੀ। ਲੜਕੀ ਬਿਮਾਰ ਰਹਿਣ ਕਰਕੇ ਪਾਲ ਸਿੰਘ ਲਲੀਆਂ ਵਾਲੇ ਨੂੰ ਬਹੁਤ ਚਿੰਤਾ ਰਹਿੰਦੀ ਸੀ। ਉਸਨੇ ਮਹਾਰਾਜ ਸ਼ੇਰ ਸਿੰਘ ਅੱਗੇ ਬੇਨਤੀ ਕੀਤੀ, ਗੁਰਦੇਵ ਕੌਰ ਠੀਕ ਨਹੀਂ ਰਹਿੰਦੀ, ਕਿਰਪਾ ਕਰੋ। ਮਹਾਰਾਜ ਜੀ ਨੇ ਕਿਹਾ ਜਦੋਂ ਘਵਿੰਡਾਓਗੇ ਉਦੋਂ ਨਾਲ ਲੈ ਕੇ ਆਇਓ। ਪਾਲ ਸਿੰਘ ਲੜਕੀ ਦੇ ਨਾਲ ਘਵਿੰਡਾਇਆ। ਕੁਝ ਦਿਨ ਬਾਅਦ ਪਾਲ ਸਿੰਘ ਵਾਪਸ ਜਾਣ ਲੱਗਾ। ਲੜਕੀ ਨੂੰ ਮਹਾਰਾਜ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ ਕਿ ਤੁਸੀਂ ਇਸ ਨੂੰ ਇੱਥੇ ਹੀ ਰੱਖੋ। ਉਹਨਾਂ ਦਾ ਵਿਆਹ ਮਹਾਰਾਜ ਸ਼ੇਰ ਸਿੰਘ ਜੀ ਦੇ ਨਾਲ ਨਹੀਂ ਹੋਇਆ ਸੀ, ਨਾ ਹੀ ਮਹਾਰਾਜ ਸ਼ੇਰ ਸਿੰਘ ਉਸ ਨੂੰ ਪਤਨੀ ਦਾ ਦਰਜਾ ਦਿੱਤਾ ਸੀ। ਸਾਰਾ ਦਿਨ ਸੇਵਾ ਕਰਦੀ, ਸਵਾਹ ਨਾ ਭਾਂਡੇ ਮਾਂਜਦੀ। ਜਦੋਂ ਸ਼ਾਮ ਨੂੰ ਮਹਾਰਾਜ ਜੀ ਕਿਤੋਂ ਬਾਹਰ ਆਉਂਦੇ ਉਸ ਨੂੰ ਪਤਾ ਲੱਗ ਜਾਂਦਾ ਕਿ ਮਹਾਰਾਜ ਜੀ ਆ ਰਹੇ ਨੇ ਤੇ ਉਹ ਛੇਤੀ ਛੇਤੀ ਥੜੇ ਤੋਂ ਥੱਲੇ ਬੋਰੀ ਵਿਛਾ ਕੇ ਸਿਰ ਨੀਵਾਂ ਕਰਕੇ ਬੈਠ ਜਾਂਦੀ। ਜਦੋਂ ਮਹਾਰਾਜ ਜੀ ਦੀ ਨਜ਼ਰ ਉਸ ਉੱਪਰ ਪੈਂਦੀ ਤਾਂ ਮਹਾਰਾਜ ਜੀ ਉਸ ਨੂੰ ਸੋਟੀਆਂ ਨਾਲ ਕੁੱਟਦੇ ਤੇ ਕਹਿੰਦੇ ਸਾਡੀਆਂ ਨਜ਼ਰਾਂ ਤੋਂ ਦੂਰ ਹੋ ਜਾ। ਮਾਤਾ ਨੈਣੋ ਜੀ ਕਹਿੰਦੇ ਕਿ ਗੁਰਦੇਵ ਕੌਰ ਤੂੰ ਵਾਪਸ ਆਪਣੇ ਘਰ ਚਲੀ ਜਾ। ਤਾਂ ਬੇਬੇ ਗੁਰਦੇਵ ਕੌਰ ਕਹਿੰਦੀ ਪਿਛਲੇ ਕਰਮਾਂ ਦੀ ਸਜ਼ਾ ਮੈਨੂੰ ਹੁਣ ਮਿਲ ਰਹੀ ਹੈ। ਅਗਰ ਮੈਂ ਬਿਨਾਂ ਮਹਾਰਾਜ ਦੇ ਕਹੇ ਚਲੀ ਗਈ ਫਿਰ ਕਿਹੜੇ ਜਨਮ ਭਲਾ ਹੋਵੇਗਾ। ਬੁੱਗੇ ਪਿੰਡ ਜੋ ਸੱਚੇ ਪਾਤਸ਼ਾਹ ਜੀ ਦੀ ਜ਼ਮੀਨ ਸੀ, ਸੱਚੇ ਪਾਤਸ਼ਾਹ ਜੀ ਨੇ ਪਹਿਲੀ ਵਾਰ ਉੱਥੇ ਹਲ ਆਪ ਚਲਾਇਆ ਸੀ। ਉਸ ਟਾਈਮ ਲੱਕੜ ਦਾ ਹਲ ਪੰਜਾਲੀ ਹੁੰਦੇ ਸੀ। ਪਾਤਸ਼ਾਹ ਜੀ ਨੇ ਪੰਜਾਲੀ ਵਿੱਚ ਬਲਦਾਂ ਦੀ ਥਾਂ ਬਾਬਾ ਮੋਤਾ ਸਿੰਘ ਔਰ ਬਾਬਾ ਸੂਰਤਾ ਸਿੰਘ ਨੂੰ ਜੋਇਆ ਸੀ ਔਰ ਆਪ ਪਿੱਛੇ ਕੋਰ ਵਿੱਚ ਬੀਜ ਪਾਇਆ ਔਰ ਕਿਹਾ ਇਹ ਜੋ ਬੀਜ ਬੀਜਿਆ ਹੈ ਅਸੀਂ ਨਵੀਂ ਸਿੱਖੀ ਤਿਆਰ ਕਰਨੀ ਹੈ। ਇਹ ਜੋ ਬੀਜ ਬੀਜਿਆ ਹੈ ਅਸੀਂ ਨਵੀਂ ਸਿੱਖੀ ਤਿਆਰ ਕਰਨੀ ਹੈ ਜੋ ਅੱਜ ਹਰ ਸੰਗਤ ਦੇ ਰੂਪ ਵਿੱਚ ਮਹਾਰਾਜ ਜੀ ਨੇ ਭਗਤ ਪੈਦਾ ਕੀਤੇ ਹਨ ਜੀ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ
ਭਗਵਾਨ ਦੀ ਜੈ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ